ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਹਮ ਸਰ ਦੀਨ दयाल ना तुम सर। अब पतियार क्या कीजै। बचनी तोर मोर मन मानै। जन को पूरन दीजै। हम सर दीन दयाल ना तुम सर। अब पतियार क्या कीजै। बचनी तोर मोर मन मानै। जन को पूरन दीजै। हूँ बल बल जाओ रमैया कारने। कारण कवन अबोल रहाओ। बहुत जन्म बिछुरे थे माधो। एहो जन्म तुम्हारे लेखे। कह रविदास आस लग जीवो। चिर भयो दर्शन देखे। बहुत जन्म बिछुरे थे माधो। एहो जन्म तुम्हारे लेखे। कह रविदास आस लग जीवो। चिर भयो दर्शन देखे। वाहिगुरु जी का खालसा वाहिगुरु जी की फतेह। जुग जुग अटल लोक परलोक दे राखे। दो जहान दे वाले निमाणियां दे मान निताणियां दे तान। धन धन साहिब श्री गुरु ग्रंथ साहिब सच्चे पातशाह जी दी पावन पवित्र हजूरी अंदर सिख पंथ दे महान ते पावन पवित्र अस्थान गुरुद्वारा मंजी साहिब दीवान हाल विखे जुड़ बैठी गुरु रूप खालसा सत संगत जी। एक बारी फिर सरबंस दानी अमृत के दाते धन धन साहिब श्री गुरु गोबिंद सिंह महाराज वल्लों बख्शी फतेह प्रवान करो। वाहिगुरु जी का खालसा वाहिगुरु जी की फतेह। जिन्ने अज आपां सतगुरां दी पावन पवित्र हजूरी दे अंदर जुड़ बैठे हाँ, वड्डे भागां वाले हाँ। ਵੱਡੇ ਭਾਗਾਂ ਵਾਲਿਆਂ ਨੂੰ ਹੀ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਵੱਡੇ ਭਾਗਾਂ ਵਾਲਿਆਂ ਨੂੰ ਹੀ ਸਤਿਗੁਰਾਂ ਦੀ ਗੋਦ ਦੇ ਵਿੱਚ ਬਹਿ ਕੇ ਸਤਿਗੁਰਾਂ ਦੇ ਬਚਨ ਸੁਣਨ ਦਾ ਸਮਾਂ ਮਿਲਦਾ ਹੈ। ਤੇ ਸਭ ਤੋਂ ਵੱਡੇ ਭਾਗਾਂ ਵਾਲੇ ਉਹ ਪੁਰਖ ਹੁੰਦੇ ਆ
ਜਿਹੜੇ ਸਤਿਗੁਰਾਂ ਦੀ ਗੋਦ 'ਚ ਬਹਿ ਕੇ ਸਤਿਗੁਰਾਂ ਦੇ ਪਿਆਰੇ ਪਿਆਰੇ ਬੋਲ ਸੁਣਦੇ ਆ ਤੇ ਫਿਰ ਉਹਨਾਂ ਬੋਲਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਂਦੇ ਆ। ਸਤਿਗੁਰੂ ਜੀ ਜੋ ਆਖਦੇ ਨੇ ਉਹ ਕਰਦੇ ਨੇ। ਜਿਹੜੀਆਂ ਗੱਲਾਂ ਤੋਂ ਸਤਿਗੁਰੂ ਜੀ ਵਰਜਦੇ ਨੇ ਉਹਨਾਂ ਗੱਲਾਂ ਤੋਂ ਪਰਹੇਜ਼ ਕਰਦੇ ਨੇ। ਉਹ ਸਤਿਗੁਰਾਂ ਦੇ ਪਿਆਰੇ ਹੁੰਦੇ ਨੇ, ਸਤਿਗੁਰਾਂ ਦੇ ਦੁਲਾਰੇ ਹੁੰਦੇ ਨੇ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਉਹ ਮਾਂ-ਬਾਪ ਆਪਣੇ ਪੁੱਤਰ ਧੀ ਨੂੰ ਸਭ ਤੋਂ ਵੱਧ ਪਿਆਰ ਕਰਦਾ ਹੈ, ਜਿਹੜਾ ਪੁੱਤਰ ਧੀ ਮਾਂ ਪਿਓ ਦੇ ਆਖੇ ਲੱਗ ਕੇ ਜ਼ਿੰਦਗੀ ਬਤੀਤ ਕਰਦਾ ਹੈ। ਜਿਹੜੀਆਂ ਗੱਲਾਂ ਤੋਂ ਮਾਂ ਪਿਓ ਵਰਜਦੇ ਐ, ਪੁੱਤਰ ਧੀ ਉਹਨਾਂ ਗੱਲਾਂ ਤੋਂ ਪਰਹੇਜ਼ ਕਰਦੇ ਐ। ਜਿਹੜੀਆਂ ਗੱਲਾਂ ਕਰਨ ਵਾਸਤੇ ਮਾਂ-ਬਾਪ ਆਖਦੇ ਐ, ਪੁੱਤਰ ਧੀ ਜਿਹੜੇ ਐ ਉਹ ਗੱਲਾਂ ਕਰਦੇ ਐ, ਕਮਾਉਂਦੇ ਐ। ਉਸੇ ਤਰ੍ਹਾਂ ਹੀ ਗੁਰੂ ਪਿਆਰਿਓ, ਸਿੱਖ ਜਿਹੜਾ ਹੈ ਉਹ ਸਤਿਗੁਰੂ ਦਾ ਪਿਆਰਾ ਹੈ, ਸਤਿਗੁਰੂ ਦਾ ਦੁਲਾਰਾ ਹੈ, ਜਿਹੜਾ ਸਤਿਗੁਰਾਂ ਦੀ ਆਗਿਆ ਮੰਨਦਾ ਹੈ, ਆਗਿਆ ਦੇ ਵਿੱਚ ਚੱਲਦਾ ਹੈ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਮੁੱਖ ਵਾਕ ਸਾਡੀ ਝੋਲੀ ਪਿਆ, ਇਸੇ ਮਹਾਨ ਪਾਵਨ ਪਵਿੱਤਰ ਮੁੱਖ ਵਾਕ ਦੀ ਅੱਜ ਆਪਾਂ ਨੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੀ ਹੋਈ ਤੁੱਛ ਬੁੱਧੀ ਅਨੁਸਾਰ ਅਤੇ ਨਿਸ਼ਚਿਤ ਕੀਤੇ ਹੋਏ ਸਮੇਂ ਮੁਤਾਬਕ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਨੀ ਹੈ। ਇਹ ਜਿਹੜਾ ਸ਼ਬਦ ਹੈ ਆਪਾਂ ਸੁਣਿਆ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਸਾਡੀ ਝੋਲੀ ਬਖਸ਼ਿਸ਼ ਪਿਆ ਹੈ, ਇਹ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ, ਇਹ ਮਹਾਨ ਭਗਤ ਮਹਾਨ ਮਹਾਂਪੁਰਖ ਬਾਬਾ ਰਵਿਦਾਸ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ। ਅੱਜ ਗੋਦ ਦੇ ਵਿੱਚ ਬਿਠਾ ਕੇ, ਆਪਣੇ ਕੋਲ ਬਿਠਾ ਕੇ ਇਹ ਮਹਾਨ ਭਗਤ ਰਵਿਦਾਸ ਜੀ ਸਾਨੂੰ ਕੀ ਸਮਝਾਉਂਦੇ ਆ ਗੁਰੂ ਪਿਆਰਿਓ, ਉਹ ਆਪਾਂ ਨੇ ਸੁਣਨਾ ਹੈ। ਇੱਕ ਗੱਲ ਚੇਤੇ ਰੱਖਣੀ ਹੈ, ਇਹ ਜਿਹੜੀ ਗੁਰਬਾਣੀ ਹੈ ਨਾ ਗੁਰੂ ਪਿਆਰਿਓ, ਇਹ ਕੋਈ ਬੁੱਧੀ ਦੇ ਨਾਲ ਉਚਾਰੀ ਕਵਿਤਾ ਨਹੀਂ ਹੈ, ਕੋਈ ਬੁੱਧ ਦੇ ਨਾਲ ਉਚਾਰੀ ਕਵਿਤਾ ਨਹੀਂ ਹੈ ਗੁਰੂ ਪਿਆਰਿਓ, ਵੀ ਬੁੱਧੀ ਦੇ ਨਾਲ ਤੁਕਬੰਦੀ ਜਿਹੜੀ ਹੈ ਉਹ ਕਰ ਦਿੱਤੀ ਹੈ। ਇਹ ਇਸ ਤਰ੍ਹਾਂ ਨਹੀਂ ਹੈ, ਇਹ ਬ੍ਰਹਮ ਗਿਆਨ ਹੈ। ਇਹ ਗੁਰੂ ਪਿਆਰਿਓ ਵੈਰਾਗ ਚੋਂ ਉਪਜੀ ਹੈ, ਭਗਤੀ ਚੋਂ ਉਪਜੀ ਹੈ, ਇਹ ਭਾਵਨਾ ਚੋਂ ਉਪਜੀ ਹੈ। ਇਹ ਅਕਾਲ ਪੁਰਖ ਦੀ ਬਾਣੀ ਹੈ, ਅਕਾਲ ਪੁਰਖ ਦੀ ਬਾਣੀ। ਭਗਤ ਕਬੀਰ ਜੀ ਨੇ ਕਿਹਾ ਨਾ ਗੁਰੂ ਪਿਆਰਿਓ ਕਿ ਲੋਕ ਜਾਣੈ ਇਹੋ ਗੀਤ ਹੈ। ਲੋਕ ਸਮਝਦੇ ਆ ਵੀ ਗੀਤ ਹੈ ਖੌਰੇ, ਇਹ ਗੀਤ ਨਹੀਂ ਹੈ ਗੁਰੂ ਪਿਆਰਿਓ, ਇਹ ਤਉ ਬ੍ਰਹਮ ਵਿਚਾਰ, ਇਹ ਬ੍ਰਹਮ ਦੀ ਵਿਚਾਰ ਹੈ, ਪਰਮੇਸ਼ਵਰ ਦੀ ਵਿਚਾਰ ਹੈ, ਇਹ ਅਕਾਲ ਪੁਰਖ ਦੀ ਵਿਚਾਰ ਹੈ। ਗੁਰੂ ਸਾਹਿਬਾਨ ਨੇ ਬਾਣੀ ਉਚਾਰੀ ਹੈ, ਪਰ ਆਪਣੀ ਬਾਣੀ ਜਿਹੜੀ ਉਚਾਰੀ ਹੈ, ਇਸ ਆਪਣੀ ਉਚਾਰੀ ਹੋਈ ਬਾਣੀ ਦੇ ਉੱਤੇ ਆਪਣਾ ਦਾਵਾ ਨਹੀਂ ਜਤਾਇਆ। ਆਪਣੀ ਉਚਾਰੀ ਬਾਣੀ ਦੇ ਉੱਤੇ, ਆਪਣੇ ਮੁਖ ਚੋਂ ਉਚਾਰੀ ਬਾਣੀ ਦੇ ਉੱਤੇ ਸਤਿਗੁਰਾਂ ਨੇ ਦਾਵਾ ਨਹੀਂ ਜਤਾਇਆ। ਇਹ ਆਖਿਆ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਾਂ ਪਾਤਸ਼ਾਹ ਨੇ ਕਿਹਾ ਹਉ ਆਪਹੁ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਬਈ ਅਸੀਂ ਤਾਂ ਬੋਲਣਾ ਨਹੀਂ ਜਾਣਦੇ, ਆ ਜਿਹੜਾ ਕੁਝ ਬੋਲਿਆ ਨਾ ਇਹ ਸਭ ਉਸ ਅਕਾਲ ਪੁਰਖ ਦੇ ਹੁਕਮ 'ਚ ਬੋਲਿਆ। ਇਹ ਅਕਾਲ ਪੁਰਖ ਦੀ ਬੋਲੀ ਹੈ, ਅਕਾਲ ਪੁਰਖ ਦੀ ਬੋਲੀ। ਹੁਣ ਭਗਤ ਰਵਿਦਾਸ ਜੀ ਕੀ ਕਹਿੰਦੇ ਨੇ ਗੁਰੂ ਪਿਆਰਿਓ, ਇਹ ਸ਼ਬਦ ਜਿਹੜਾ ਨਾ ਗੁਰੂ ਪਿਆਰਿਓ, ਇਹ ਸਾਨੂੰ ਸਮਝਾਉਂਦਾ ਹੈ, ਇਹ ਸਾਨੂੰ ਦੱਸਦਾ ਹੈ ਕਿ ਜਿਹੜੇ ਭਗਤ ਹੁੰਦੇ ਆ ਨਾ, ਮਹਾਂਪੁਰਖ ਹੁੰਦੇ ਆ, ਬ੍ਰਹਮ ਗਿਆਨੀ ਪੁਰਖ ਹੁੰਦੇ ਆ, ਉਹਨਾਂ ਦਾ ਪਿਆਰ ਜਿਹੜਾ ਹੈ ਉਹ ਸੰਸਾਰ ਨਾਲ ਨਹੀਂ, ਸੰਸਾਰ ਦੇ ਸਿਰਜਕ ਕਰਤਾਰ ਨਾਲ ਹੁੰਦਾ ਹੈ। ਕਿੰਨਾ ਪਿਆਰ ਹੁੰਦਾ ਹੈ, ਪਿਆਰ ਹੁੰਦਾ ਕਿੰਨਾ ਗੁਰੂ ਪਿਆਰਿਓ, ਪਿਆਰ ਇੰਨਾ ਹੁੰਦਾ ਹੈ, ਇੰਨਾ ਹੁੰਦਾ ਹੈ ਜਿਹਦੀ ਕੋਈ ਸੀਮਾ ਨਹੀਂ ਹੁੰਦੀ ਹੈ, ਜਿਹਦੀ ਕੋਈ ਸੀਮਾ ਨਹੀਂ ਹੁੰਦੀ ਹੈ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਆਪਾਂ ਬਚਨ ਪੜ੍ਹਦੇ ਹਾਂ ਨਾ, ਪਾਤਸ਼ਾਹ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਸ ਨੇ ਪ੍ਰੇਮ ਕੀਤਾ ਹੈ, ਜਿਸ ਨੇ ਪ੍ਰੇਮ ਕੀਤਾ ਹੈ, ਕਿਹਦੇ ਨਾਲ ਪ੍ਰੇਮ ਕੀਤਾ ਹੈ? ਕਰਤਾਰ ਦੇ ਨਾਲ, ਵਾਹਿਗੁਰੂ ਦੇ ਨਾਲ। ਉਹਨਾਂ ਨੇ ਵਾਹਿਗੁਰੂ ਨੂੰ ਪਾਇਆ। ਗੁਰੂ ਪਿਆਰਿਓ, ਤੇ ਪ੍ਰੇਮ ਕਰਨ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਕੀ ਹੁੰਦੀ ਹੈ? ਗੁਰੂ ਪਿਆਰਿਓ, ਪ੍ਰੇਮ ਕਰਨ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਹੁੰਦੀ ਹੈ ਗੁਰੂ ਪਿਆਰਿਓ, ਜਿਹਦੇ ਨਾਲ ਪ੍ਰੇਮ ਕਰਨਾ ਹੈ ਉਹਦੇ ਉੱਤੇ ਭਰੋਸਾ, ਉਹਦੇ ਉੱਤੇ ਵਿਸ਼ਵਾਸ ਸਾਡਾ ਜਿਹੜਾ ਅਟੁੱਟ ਹੋਣਾ ਚਾਹੀਦਾ। ਅਟੁੱਟ। ਜੇ ਸਾਡਾ ਅਟੁੱਟ ਵਿਸ਼ਵਾਸ ਹੈ, ਜੇ ਸਾਡਾ ਅਟੁੱਟ ਭਰੋਸਾ ਹੈ ਤੇ ਪ੍ਰੇਮ ਬਣੂਗਾ। ਜੇ ਸਾਡਾ ਵਿਸ਼ਵਾਸ ਨਹੀਂ ਨਾ ਹੈ ਗੁਰੂ ਪਿਆਰਿਓ, ਫਿਰ ਸਾਡਾ ਪ੍ਰੇਮ ਨਹੀਂ ਬਣੂਗਾ, ਪ੍ਰੇਮ ਨਹੀਂ ਪਊਗਾ, ਪ੍ਰੀਤ ਨਹੀਂ ਪਊਗੀ। ਸਾਡਾ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉੱਤੇ ਵਿਸ਼ਵਾਸ ਹੈ ਤੇ ਫਿਰ ਗੁਰੂ ਪਿਆਰਿਓ ਪਿਆਰ ਪੈਦਾ ਹੋਊਗਾ, ਤੇ ਪਿਆਰ ਦੇ ਵਿੱਚੋਂ ਫਿਰ ਸਭ ਕੁਝ ਹੀ ਨਿਕਲ ਆਉਣਾ। ਤੇ ਵਿੱਚ ਵਿਸ਼ਵਾਸ ਨਾ ਹੋਇਆ ਫਿਰ ਕੁਝ ਨਹੀਂ ਮਿਲਦਾ ਗੁਰੂ ਪਿਆਰਿਓ। ਅੱਜ ਜਦੋਂ ਅਸੀਂ ਆਪਣੇ ਆਲੇ ਦੁਆਲੇ ਝਾਤ ਮਾਰਦੇ ਆ ਨਾ, ਕੀ ਦੇਖਦੇ ਆ? ਕਈ ਲੋਕ ਜਿਹੜੇ ਆ ਨਾ, ਉਹ ਇਹ ਕਹਿ ਕੇ ਹੋਰ ਰਸਤੇ ਦੇ ਉੱਤੇ, ਕੱਚੇ ਰਸਤੇ ਦੇ ਉੱਤੇ ਤੁਰੇ ਜਾਂਦੇ ਆ ਵੀ ਉਥੋਂ ਜੀ ਮਿਲਿਆ ਤਾਂ ਸਾਨੂੰ ਕੁਝ ਹੈ ਨਹੀਂ। ਭਾਈ ਮਿਲਣਾ ਤਾਂ ਸੀ ਜੇ ਵਿਸ਼ਵਾਸ ਕੀਤਾ ਹੁੰਦਾ। ਵਿਸ਼ਵਾਸ ਕੀਤਾ ਹੀ ਨਹੀਂ ਹੈ ਤੇ ਕਹਿੰਦੇ ਨਹੀਂ ਨਹੀਂ ਜੀ ਵਿਸ਼ਵਾਸ ਕੀਤਾ ਸੀ। ਉਹ ਭਲੇ ਪੁਰਖੋ, ਜੇ ਵਿਸ਼ਵਾਸ ਕੀਤਾ ਹੁੰਦਾ ਫਿਰ ਵਿਸ਼ਵਾਸ ਕਦੇ ਟੁੱਟਦਾ ਨਹੀਂ ਹੁੰਦਾ, ਤੇ ਜਿਹੜਾ ਵਿਸ਼ਵਾਸ ਟੁੱਟ ਜਾਏ ਉਹ ਵਿਸ਼ਵਾਸ ਹੀ ਨਹੀਂ ਹੁੰਦਾ, ਉਹ ਭਰੋਸਾ ਹੀ ਨਹੀਂ ਹੁੰਦਾ। ਆ ਦੇਖਦੇ ਆ ਨਾ ਅਸੀਂ ਆਲੇ ਦੁਆਲੇ ਝਾਤ ਮਾਰ ਕੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦਰ ਛੱਡ ਕੇ, ਗੁਰੂ ਨਾਨਕ ਸਾਹਿਬ ਦਾ ਘਰ ਛੱਡ ਕੇ ਨਾ ਤੇ ਹੋਰ ਪਾਸੇ ਤੁਰੇ ਜਾਂਦੇ। ਪੁੱਛੋ ਭਾਈ ਕੀ ਹੋ ਗਿਆ? ਗੁਰੂ ਨਾਨਕ ਸਾਹਿਬ ਦੇ ਘਰ ਨੂੰ ਛੱਡ ਕੇ ਕਿਉਂ ਜਾ ਰਹੇ ਹੋ? ਕਹਿੰਦੇ ਜੀ ਮਿਲਿਆ ਨਹੀਂ ਕੁਝ, ਸਾਨੂੰ ਕੁਝ ਮਿਲਿਆ ਨਹੀਂ, ਇੱਥੋਂ ਮਿਲ ਜੂ। ਕਹਿੰਦੇ ਜੀ ਕਹਿੰਦੇ ਆ ਮਿਲ ਜੂਗਾ, ਤੁਹਾਡੇ ਦੁੱਖ ਦੂਰ ਹੋ ਜਾਣਗੇ। ਉਹ ਭਲਿਓ ਪੁਰਖੋ, ਇੱਕ ਵਾਰੀ ਗੁਰੂ ਨਾਨਕ ਸਾਹਿਬ ਤੇ ਵਿਸ਼ਵਾਸ ਕਰਕੇ ਤਾਂ ਦੇਖੋ। ਉਹਨਾਂ ਨੇ ਸਾਲ 'ਚ, 2 ਸਾਲ 'ਚ, 5 ਸਾਲ 'ਚ, 10 ਸਾਲ 'ਚ, 20 ਸਾਲ 'ਚ ਦੁੱਖ ਦੂਰ ਕਰਨੇ ਆ, ਪਤਾ ਨਹੀਂ ਕਰਨੇ। ਕਦੇ ਗੁਰੂ ਨਾਨਕ ਸਾਹਿਬ ਤੇ ਭਰੋਸਾ ਕਰਕੇ ਦੇਖਿਓ, ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਛਿਣ ਦੇ ਵਿੱਚ ਦੁੱਖ ਦੂਰ ਕਰ ਦਿੰਦੇ। ਇੱਕ ਛਿਣ ਦੇ ਵਿੱਚ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਉੱਤੇ ਭਰੋਸਾ ਹੋਣਾ ਚਾਹੀਦਾ ਹੈ, ਵਿਸ਼ਵਾਸ ਹੋਣਾ ਚਾਹੀਦਾ ਹੈ। ਤੇ ਜਿਹਦਾ ਵਿਸ਼ਵਾਸ ਹੁੰਦਾ ਨਾ ਗੁਰੂ ਪਿਆਰਿਓ, ਉਹ ਵਿਸ਼ਵਾਸ ਕਦੇ ਟੁੱਟਦਾ ਨਹੀਂ ਹੈ। ਸਿਰ ਲੱਥ ਜਾਂਦਾ ਹੈ ਪਰ ਵਿਸ਼ਵਾਸ ਖਤਮ ਨਹੀਂ ਹੁੰਦਾ, ਭਰੋਸਾ ਖਤਮ ਨਹੀਂ ਹੁੰਦਾ, ਸਿਦਕ ਖਤਮ ਨਹੀਂ ਹੁੰਦਾ। ਪੜ੍ਹਦੇ ਵੀ ਹੁੰਦੇ ਸੀ ਨਾ ਗੁਰੂ ਪਿਆਰਿਓ, ਪੁਰਾਣੇ ਬਾਬੇ ਬਜ਼ੁਰਗ ਪੜ੍ਹਦੇ ਹੁੰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਤੇ ਬੇਸ਼ੱਕ ਚਲਾ ਜਾਏ, ਪਰ ਸਿਦਕ ਨਹੀਂ ਜਾਣਾ ਚਾਹੀਦਾ, ਸਿਦਕ ਨਹੀਂ ਜਾਣਾ ਚਾਹੀਦਾ, ਭਰੋਸਾ ਨਹੀਂ ਜਾਣਾ ਚਾਹੀਦਾ, ਵਿਸ਼ਵਾਸ ਨਹੀਂ ਜਾਣਾ ਚਾਹੀਦਾ। ਤੇ ਜੇ ਵਿਸ਼ਵਾਸ ਜਾਂਦਾ ਹੈ ਨਾ ਗੁਰੂ ਪਿਆਰਿਓ, ਅਸੀਂ ਕਹਿੰਦੇ ਵਿਸ਼ਵਾਸ ਚਲਾ ਗਿਆ, ਉਹ ਭੁਲੇਖਾ ਹੈ। ਵਿਸ਼ਵਾਸ ਗੁਰੂ ਪਿਆਰਿਓ ਕਦੇ ਹੋਇਆ ਹੀ ਨਹੀਂ ਹੈ, ਕਦੇ ਭਰੋਸਾ ਕੀਤਾ ਹੀ ਨਹੀਂ ਹੈ। ਅੱਜ ਭਗਤ ਰਵਿਦਾਸ ਜੀ ਆਪਣੇ ਇਸ ਮਹਾਨ ਸ਼ਬਦ ਦੇ ਵਿੱਚ ਸਾਨੂੰ ਪ੍ਰੇਮ ਦੀ ਗੱਲ ਹੀ ਸਮਝਾ ਰਹੇ ਆ ਗੁਰੂ ਪਿਆਰਿਓ। ਜਦੋਂ ਵਾਹਿਗੁਰੂ ਨਾਲ ਪਿਆਰ ਹੁੰਦਾ ਨਾ ਗੁਰੂ ਪਿਆਰਿਓ, ਕਰਤਾਰ ਦੇ ਨਾਲ ਪਿਆਰ ਹੁੰਦਾ, ਫਿਰ ਪਤਾ ਕਿਹੋ ਜਿਹੇ ਬੋਲ ਮੁਖ ਚੋਂ ਨਿਕਲਦੇ ਆ। ਫਿਰ ਭਗਤ ਰਵਿਦਾਸ ਜੀ ਨੇ ਜੋ ਅੱਜ ਬਚਨ ਕਹੇ ਆ ਨਾ, ਇਹੋ ਜਿਹੇ ਮੁਖ ਜਿਹੜੇ ਆ, ਫਿਰ ਇਹੋ ਜਿਹੇ ਬਚਨ ਜਿਹੜੇ ਆ ਮੁਖ ਚੋਂ ਨਿਕਲਦੇ ਆ ਗੁਰੂ ਪਿਆਰਿਓ। ਸ਼ਬਦ ਦਾ ਮੁੱਖ ਭਾਵ ਜਿਹੜਾ ਨਾ, ਉਹ ਰਹਾਉ ਦੀ ਪੰਕਤੀ ਦੇ ਵਿੱਚ ਸਮੋਇਆ ਹੋਇਆ ਹੈ। ਰਹਾਉ ਦੀ ਪੰਕਤੀ ਦੇ ਵਿੱਚ ਭਗਤ ਜੀ ਕੀ ਕਹਿੰਦੇ ਨੇ, ਪਹਿਲਾਂ ਇਹ ਸੁਣੀਏ ਗੁਰੂ ਪਿਆਰਿਓ। ਭਗਤ ਰਵਿਦਾਸ ਜੀ, ਭਗਤ ਦਾ ਰੁਤਬਾ ਗੁਰੂ ਪਿਆਰਿਓ ਕੋਈ ਛੋਟਾ ਰੁਤਬਾ ਨਹੀਂ ਹੈ, ਬਹੁਤ ਵੱਡਾ ਰੁਤਬਾ ਹੈ। ਸਾਖਿਆਤ ਕਰਤਾਰ ਪਰਮੇਸ਼ਵਰ ਪਾਰ ਬ੍ਰਹਮ, ਇਹ ਵੀ ਭਗਤ ਹੈ ਗੁਰੂ ਪਿਆਰਿਓ। ਤਾਂ ਕੀ ਕਹਿ ਰਹੇ ਨੇ ਮਹਾਰਾਜ? ਅੱਜ ਸਾਨੂੰ ਆਪਣੀ ਗੋਦ 'ਚ ਬਿਠਾ ਕੇ ਧਿਆਨ ਦਈਏ ਗੁਰੂ ਪਿਆਰਿਓ। ਆਓ ਰਹਾਉ ਦੀ ਪੰਕਤੀ 'ਚ ਕਹਿੰਦੇ ਨੇ, ਹਉ ਬਲ ਬਲ ਜਾਓ ਰਮਈਆ ਕਾਰਣੇ। ਕੀ ਕਹਿੰਦੇ ਨੇ ਗੁਰੂ ਪਿਆਰਿਓ? ਕਹਿੰਦੇ ਹਉ ਬਲ ਬਲ ਜਾਓ, ਅਸੀਂ ਬਲਹਾਰ ਜਾਂਦੇ ਆ, ਬਲਹਾਰ ਜਾਂਦੇ ਆ। ਕਿਹਦੇ ਤੋਂ ਬਲਹਾਰ ਜਾਂਦੇ ਆ? ਕਹਿੰਦੇ ਰਮਈਆ ਕਾਰਣੇ, ਉਸ ਸੋਹਣੇ ਅਕਾਲ ਪੁਰਖ ਤੋਂ।
ਵਾਹਿਗੁਰੂ ਤੋਂ ਬਲਹਾਰ ਜਾਂਦੇ ਹਾਂ ਅਸੀਂ, ਵਾਹਿਗੁਰੂ ਤੋਂ ਸਦਕੇ ਜਾਂਦੇ ਹਾਂ ਅਸੀਂ। ਬਲਹਾਰ ਜਾਣਾ ਗੁਰੂ ਪਿਆਰਿਓ, ਸਦਕੇ ਜਾਣਾ। ਤੇ ਸਦਕੇ ਕਿਹਦੇ ਜਾਇਆ ਜਾਂਦਾ? ਜਿਹਦੇ ਨਾਲ ਪਿਆਰ ਹੁੰਦਾ, ਜਿਹਦੇ ਨਾਲ ਪਿਆਰ ਹੁੰਦਾ ਉਹਦੇ ਤੋਂ ਵਾਰਨੇ ਕੀਤੇ ਜਾਂਦੇ ਨੇ, ਬਲਹਾਰ ਜਾਇਆ ਜਾਂਦਾ ਗੁਰੂ ਪਿਆਰਿਓ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਿਕਰਮਾ ਕਰਦੇ ਆ ਨਾ ਗੁਰੂ ਪਿਆਰਿਓ। ਕੋਈ ਇੱਕ ਪਰਿਕਰਮਾ ਕਰਦਾ ਹੈ, ਕੋਈ 2 ਕਰਦਾ ਹੈ, ਕੋਈ 3 ਕਰਦਾ ਹੈ। ਪਰਿਕਰਮਾ ਕਰਨ ਦਾ ਮਤਲਬ ਕੀ ਹੁੰਦਾ ਹੈ? ਪਰਿਕਰਮਾ ਕਰਨ ਦਾ ਮਤਲਬ ਇਹ ਹੁੰਦਾ ਹੈ ਵੀ ਹੇ ਸਤਿਗੁਰੂ ਜੀ, ਸਾਡਾ ਸਰੀਰ ਸਾਡੇ ਵਾਸਤੇ ਬਹੁਤ ਪਿਆਰਾ ਹੈ, ਪਰ ਤੇਰੇ ਤੋਂ ਜ਼ਿਆਦਾ ਪਿਆਰਾ ਨਹੀਂ ਹੈ। ਇਸ ਕਰਕੇ ਅਸੀਂ ਆਪਣੇ ਆਪ ਨੂੰ ਤੁਹਾਡੇ ਤੋਂ ਕੁਰਬਾਨ ਕਰਦੇ ਹਾਂ, ਤੁਹਾਡੇ ਤੋਂ ਵਾਰਦੇ ਹਾਂ, ਅਸੀਂ ਤੁਹਾਡੇ ਤੋਂ ਵਾਰਦੇ ਹਾਂ। ਅਸੀਂ ਆ ਵਿਆਹਾਂ ਸ਼ਾਦੀਆਂ ਦੇ ਵਿੱਚ, ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ ਗੁਰੂ ਪਿਆਰਿਓ, ਲੋਕ ਜਿਹੜੇ ਹੁੰਦੇ ਆ ਨਾ, ਉਹ ਰੁਪਈਏ ਪੈਸੇ ਜਿਹੜੇ ਹੁੰਦੇ ਆ, ਉਹ ਆਪਣੇ ਧੀਆਂ ਪੁੱਤਾਂ ਤੋਂ ਵਾਰ ਕੇ ਨਾ ਤੇ ਲੋੜਵੰਦਾਂ ਨੂੰ ਦੇ ਦਿੰਦੇ ਆ। ਉਹਦਾ ਮਤਲਬ ਕੀ ਹੁੰਦਾ ਹੈ? ਰੁਪਈਏ ਫੜ ਕੇ ਨਾ ਹੱਥ ਦੇ ਵਿੱਚ ਆਪਣੇ ਧੀ ਦੇ ਉੱਪਰੋਂ ਦੀ ਘੁਮਾ ਕੇ, ਪੁੱਤਰ ਦੇ ਉੱਪਰੋਂ ਦੀ ਘੁਮਾ ਕੇ, ਤੇ ਉਹ ਵਾਰੇ ਹੋਏ ਰੁਪਈਏ ਜਿਹੜੇ ਆ ਉਹ ਕਿਸੇ ਲੋੜਵੰਦ ਨੂੰ ਦੇ ਦਿੱਤੇ ਜਾਂਦੇ ਆ, ਕਿਸੇ ਜਾਚਕ ਨੂੰ ਦੇ ਦਿੱਤੇ ਜਾਂਦੇ ਆ, ਕਿਸੇ ਗਰੀਬ ਨੂੰ ਦੇ ਦਿੱਤੇ ਜਾਂਦੇ ਆ। ਉਹਦਾ ਮਤਲਬ ਕੀ ਹੁੰਦਾ ਹੈ? ਮਤਲਬ ਇਹ ਹੁੰਦਾ ਹੈ ਕਿ ਇਹ ਰੁਪਈਏ ਪੈਸੇ ਸਾਡੇ ਵਾਸਤੇ ਬਹੁਤ ਅਹਿਮ ਹੈ, ਬਹੁਤ ਜ਼ਰੂਰੀ ਹੈ, ਪਰ ਇੰਨੇ ਜ਼ਰੂਰੀ ਨਹੀਂ ਹੈ ਜਿੰਨੇ ਜ਼ਰੂਰੀ ਸਾਡੇ ਪਿਓ ਪੁੱਤ ਧੀ ਹੈ। ਇਸ ਕਰਕੇ ਅਸੀਂ ਇਹ ਰੁਪਈਏ ਜਿਹੜੇ ਹੈ ਆਪਣੇ ਪੁੱਤਾਂ ਧੀਆਂ ਤੋਂ ਕੁਰਬਾਨ ਕਰਦੇ ਹਾਂ, ਪੁੱਤਾਂ ਧੀਆਂ ਤੋਂ ਵਾਰਦੇ ਹਾਂ। ਅਸੀਂ ਪੁੱਤਾਂ ਧੀਆਂ ਤੋਂ ਰੁਪਈਏ ਵਾਰਦੇ ਹਾਂ। ਅਸੀਂ ਕਿਉਂ ਰੁਪਈਏ ਵਾਰਦੇ ਹਾਂ? ਪੁੱਤਾਂ ਧੀਆਂ ਤੋਂ ਰੁਪਈਏ ਪਿਆਰੇ ਹੈ, ਪਰ ਪੁੱਤਾਂ ਤੋਂ ਪਿਆਰੇ ਨਹੀਂ ਹੈ, ਧੀਆਂ ਤੋਂ ਵੱਧ ਪਿਆਰੇ ਨਹੀਂ ਹੈ। ਇਸ ਕਰਕੇ ਇਹ ਰੁਪਈਏ ਅਸੀਂ ਆਪਣੀਆਂ ਪੁੱਤਰਾਂ ਤੋਂ, ਆਪਣੀਆਂ ਧੀਆਂ ਤੋਂ ਜਿਹੜਾ ਹੈ ਉਹ ਵਾਰਦੇ ਹਾਂ। ਭਾਈ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਅਸੀਂ ਅਕਾਲ ਪੁਰਖ ਤੋਂ ਆਪਣੇ ਆਪ ਨੂੰ ਵਾਰਦੇ ਹਾਂ, ਬਲਹਾਰ ਜਾਂਦੇ ਹਾਂ ਅਸੀਂ ਉਸ ਵਾਹਿਗੁਰੂ ਤੋਂ, ਸਦਕੇ ਜਾਂਦੇ ਹਾਂ ਅਸੀਂ ਉਸ ਵਾਹਿਗੁਰੂ ਤੋਂ, ਬਾਰ-ਬਾਰ ਬਲਹਾਰ ਜਾਂਦੇ ਹਾਂ ਅਸੀਂ ਉਸ ਵਾਹਿਗੁਰੂ ਤੋਂ। ਆਪਣੇ ਆਪ ਨੂੰ ਅਕਾਲ ਪੁਰਖ ਲਈ ਨਿਸ਼ਾਵਰ ਕਰਦੇ ਨੇ ਭਗਤ ਜੀ। ਕਿਉਂ ਕਰਦੇ ਨੇ? ਕਿਉਂਕਿ ਵਾਹਿਗੁਰੂ ਦੇ ਨਾਲ ਪਿਆਰ ਹੈ। ਹੁਣ ਦੇਖੋ ਗੁਰੂ ਪਿਆਰਿਓ, ਅਸੀਂ ਰੁਪਈਏ ਪੈਸੇ ਆਪਣੇ ਪੁੱਤਰਾਂ ਧੀਆਂ ਤੋਂ ਵਾਰਦੇ ਹਾਂ, ਰੁਪਈਏ ਪੈਸੇ ਆਪਣੇ ਪੁੱਤਰਾਂ ਧੀਆਂ ਤੋਂ ਵਾਰਦੇ ਹਾਂ, ਤੇ ਵਾਰ ਕੇ ਅਸੀਂ ਲੋੜਵੰਦਾਂ ਨੂੰ ਦੇ ਦਿੰਨੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਪਿਆਰਿਓ ਕੌਣ ਕਰਜ਼ਾ ਉਤਾਰ ਸਕਦਾ ਹੈ? ਉਹਨਾਂ ਨੇ ਕਿਹਾ ਪੁੱਤਰ ਸਭ ਨੂੰ ਪਿਆਰੇ ਹੁੰਦੇ ਹੈ, ਪਰ ਇੰਨੇ ਪਿਆਰੇ ਨਹੀਂ ਹੈ ਜਿੰਨੀ ਕੌਮ ਪਿਆਰੀ ਹੈ, ਪੰਥ ਪਿਆਰਾ ਹੈ। ਇਸ ਲਈ ਅਸੀਂ ਆਪਣੇ ਪੁੱਤਰ ਜਿਹੜੇ ਹੈ ਉਹ ਪੰਥ ਤੋਂ ਵਾਰਦੇ ਹਾਂ, ਪੰਥ ਤੋਂ ਕੁਰਬਾਨ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਜਿਹੜਾ ਹੈ ਉਹ ਪੰਥ ਤੋਂ ਕੁਰਬਾਨ ਕਰ ਦਿੱਤਾ, ਪੰਥ ਤੋਂ ਵਾਰ ਦਿੱਤਾ। ਜਿਵੇਂ ਅਸੀਂ ਰੁਪਈਏ ਆਪਣੇ ਪੁੱਤਰਾਂ ਤੋਂ ਵਾਰ ਕੇ ਸੁੱਟ ਦਿੰਨੇ ਆ ਨਾ, ਇਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਰਿਵਾਰ ਗੁਰੂ ਪਿਆਰਿਓ ਸਾਡੇ ਲਈ ਵਾਰਿਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਪਿਆਰਿਓ ਪੁੱਛਿਆ ਨਾ ਮਹਾਰਾਜ ਨੂੰ, ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਇਹ ਕਾਹਦੇ ਲਈ? ਤੇ ਉਹਨਾਂ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਅਸੀਂ ਇਹਨਾਂ ਦੀ ਕਿਰਪਾ ਨਾਲ ਸਜੇ ਹਾਂ। ਔਰ ਸਾਨੂੰ ਇਹ ਵੀ ਕਿਹਾ ਉਹਨਾਂ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿ ਅਸੀਂ ਇਹਨਾਂ ਨੂੰ ਸਰਦਾਰ ਬਣਾਉਣਾ, ਇਹਨਾਂ ਨੂੰ ਰਾਜੇ ਬਣਾਉਣਾ, ਇਹਨਾਂ ਨੂੰ ਬਾਦਸ਼ਾਹ ਬਣਾਉਣਾ। ਦੇਖੋ ਗੁਰੂ ਪਿਆਰਿਓ, ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਇਕੱਠ ਦੇ ਵਿੱਚ ਕੌਣ ਬੈਠਾ ਸੀ? ਰਾਜੇ ਬੈਠੇ ਸੀ, ਮਹਾਰਾਜੇ ਬੈਠੇ ਸੀ? ਨਹੀਂ ਗੁਰੂ ਪਿਆਰਿਓ, ਰਾਜਿਆਂ ਮਹਾਰਾਜਿਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸੋਂ ਅੰਮ੍ਰਿਤ ਛਕਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਸੀ ਕਿ ਤੁਸੀਂ ਇੱਕੋ ਬਾਟੇ 'ਚ ਸਾਰੀਆਂ ਜਾਤੀਆਂ ਨੂੰ ਅੰਮ੍ਰਿਤ ਛਕਾਉਣੇ ਆ, ਸਾਨੂੰ ਇਹ ਮਨਜ਼ੂਰ ਨਹੀਂ ਆ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਚੰਗਾ ਜੇ ਭਾਈ ਮਨਜ਼ੂਰ ਨਹੀਂ ਹੈ ਨਾ, ਤੇ ਤੁਹਾਡਾ ਰਸਤਾ ਆਉ ਜਾਂਦਾ, ਤੁਸੀਂ ਆਪਣਾ ਰਸਤਾ ਫੜ ਲਓ, ਕਿਉਂਕਿ ਅਸੀਂ ਇਹਨਾਂ ਲਈ ਹੀ ਸਾਰਾ ਕੁਝ ਕਰਨਾ ਹੈ। ਤੇ ਅੱਜ ਕਿੱਡੀ ਕਮਾਲ ਦੀ ਗੱਲ ਹੈ ਗੁਰੂ ਪਿਆਰਿਓ, ਜਿਨ੍ਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਜੇ ਬਣਾਇਆ, ਬਾਦਸ਼ਾਹ ਬਣਾਇਆ, ਖੰਡੇ ਬਾਟੇ ਦੀ ਪਹੁਲ ਛਕਾ ਕੇ ਗੁਰੂ ਪਿਆਰਿਓ ਜਿਹੜਾ ਹੈ ਮਹਾਨ ਸਰਦਾਰ ਦਾ ਰੁਤਬਾ ਦਿੱਤਾ। ਤੇ ਜੇ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰ ਛੱਡ ਕੇ ਕਿਸੇ ਹੋਰ ਦੀ ਪੂਛ ਫੜਦੇ ਆ ਨਾ ਗੁਰੂ ਪਿਆਰਿਓ,
ਤੇ ਸਾਡੇ ਤੋਂ ਵੱਡਾ ਅਕਿਰਤ ਘਣ ਜਿਹੜਾ ਹੈ ਉਹ ਸੰਸਾਰ ਦੇ ਉੱਤੇ ਕੋਈ ਨਹੀਂ ਹੋਣਾ ਗੁਰੂ ਪਿਆਰਿਓ। ਸਾਡੇ ਤੋਂ ਵੱਡਾ ਸੰਸਾਰ ਦੇ ਉੱਤੇ ਅਕਿਰਤ ਘਣ ਜਿਹੜਾ ਹੈ ਉਹ ਕੋਈ ਨਹੀਂ ਹੋਣਾ। ਤੇ ਅਕਿਰਤ ਘਣ ਨੂੰ ਕਿਤੇ ਢੋਈ ਨਹੀਂ ਮਿਲਦੀ। ਭਾਈ ਗੁਰਦਾਸ ਜੀ ਨੇ ਕਿਹਾ ਨਾ, ਉਹ ਕਹਿੰਦੇ ਧਰਤੀ ਕਹਿੰਦੀ ਹੈ ਵੀ ਨਾ ਮੈਨੂੰ ਪਹਾੜਾਂ ਦਾ ਭਾਰ ਲੱਗਦਾ ਹੈ, ਨਾ ਨਦੀਆਂ ਦਾ ਭਾਰ ਲੱਗਦਾ ਹੈ, ਨਾ ਨਾਲਿਆਂ ਦਾ ਭਾਰ ਲੱਗਦਾ ਹੈ। ਸੱਚੀ ਗੱਲ ਹੈ, ਕਹਿੰਦੀ ਮੈਨੂੰ ਭਾਰ ਲੱਗਦਾ ਅਕਿਰਤ ਘਣਾਂ ਦਾ, ਜਿਹੜੇ ਅਕਿਰਤ ਘਣ ਹੁੰਦੇ ਆ। ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਮਾਤਾ ਜੀ ਨੇ ਪੁੱਛਿਆ ਨਾ ਕਿ ਸਾਹਿਬਜ਼ਾਦੇ ਕਿੱਥੇ ਹੈ, ਤੇ ਉਹਨਾਂ ਨੇ ਸੰਗਤ ਵੱਲੇ ਹੱਥ ਕਰਕੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬੋਲ ਬੋਲੇ ਹੋਣੇ ਨਾ ਗੁਰੂ ਪਿਆਰਿਓ, ਤੇ ਸਾਹਮਣੇ ਬੈਠੇ ਸਾਡੇ ਬਜ਼ੁਰਗ, ਸਾਡੇ ਦਾਦੇ ਪੜਦਾਦੇ ਜਿਹੜੇ ਵੱਡੇ ਵਡੇਰੇ ਸੀ, ਉਹ ਗਿੱਠ ਗਿੱਠ ਉੱਚੇ ਹੋਏ ਹੋਣੇ ਤੇ ਉਹਨਾਂ ਦੀਆਂ ਛਾਤੀਆਂ ਚੌੜੀਆਂ ਹੋਈਆਂ ਹੋਣੀਆਂ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਪਣੇ ਪੁੱਤਰਾਂ ਤੋਂ ਵੱਧ ਸਮਝਿਆ। ਤੇ ਅੱਜ ਅਸੀਂ ਉਹਨਾਂ ਵਡੇਰਿਆਂ ਦੀਆਂ ਔਲਾਦਾਂ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਦਾ ਦਰ ਛੱਡ ਕੇ ਕਿਸੇ ਹੋਰ ਪਾਸੇ ਭੜਕਦੇ ਫਿਰਦੇ ਆ। ਭਗਤ ਰਵਿਦਾਸ ਜੀ ਕਹਿੰਦੇ ਪੁਰਖੋ ਅਸੀਂ ਤਾਂ ਅਕਾਲ ਪੁਰਖ ਤੋਂ ਬਲਹਾਰ ਜਾਂਦੇ ਆ, ਬਾਰੇ ਬਾਰੇ ਜਾਂਦੇ ਆ, ਸਦਕੇ ਜਾਂਦੇ ਆ, ਕਿਉਂਕਿ ਅਕਾਲ ਪੁਰਖ ਨਾਲ ਸਾਡਾ ਪਿਆਰ ਹੈ, ਸਾਡੀ ਪ੍ਰੀਤ ਹੈ ਉਹਦੇ ਨਾਲ, ਸਾਡਾ ਪਿਆਰ ਹੈ ਉਹਦੇ ਨਾਲ, ਸਾਡਾ ਪਿਆਰ ਹੈ। ਤੇ ਜਿੱਥੇ ਪਿਆਰ ਹੁੰਦਾ ਨਾ ਗੁਰੂ ਪਿਆਰਿਓ, ਉੱਤੇ ਕਈ ਵਾਰੀ ਮਿੱਠਾ ਜਿਹਾ ਗਿਲਾ ਵੀ ਆ ਜਾਂਦਾ ਹੈ, ਪਰ ਬੰਦਾ ਕਦੇ ਘਰ ਛੱਡ ਕੇ ਨਹੀਂ ਜਾਂਦਾ ਹੁੰਦਾ ਗੁਰੂ ਪਿਆਰਿਓ। ਭਗਤ ਰਵਿਦਾਸ ਦੀ ਦੂਜੀ ਪੰਕਤੀ 'ਚ ਪਤਾ ਕੀ ਕਹਿੰਦੇ ਨੇ ਵਾਹਿਗੁਰੂ ਨੂੰ? ਕਹਿੰਦੇ ਵਾਹਿਗੁਰੂ ਕਾਰਨ ਕਵਨ ਅਬੋਲ, ਕਾਰਨ ਕਵਨ ਅਬੋਲ। ਕੀ ਕਾਰਨ ਹੈ ਵਾਹਿਗੁਰੂ, ਤੂੰ ਸਾਡੇ ਨਾਲ ਬੋਲਦਾ ਨਹੀਂ ਹੈ? ਕਾਰਨ ਕਵਨ, ਕਿਹੜਾ ਕਾਰਨ ਹੈ? ਅਬੋਲ, ਅਬੋਲ ਦਾ ਮਤਲਬ ਹੈ ਗੁਰੂ ਪਿਆਰਿਓ ਬੋਲਦਾ ਨਹੀਂ ਹੈ। ਤੂੰ ਸਾਡੇ ਨਾਲ ਬੋਲਦਾ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ? ਅਸੀਂ ਤੇਰੇ ਤੋਂ ਬਲਹਾਰ ਜਾਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ, ਤੇਰੇ ਤੋਂ ਅਸੀਂ ਆਪਣੇ ਆਪ ਨੂੰ ਕੁਰਬਾਨ ਕਰਦੇ ਹਾਂ, ਤੂੰ ਸਾਡੇ ਨਾਲ ਬੋਲਦਾ ਕਿਉਂ ਨਹੀਂ ਹੈ? ਅਸੀਂ ਤੇਰੇ ਨਾਲ ਬੋਲਣਾ ਚਾਹੁੰਦੇ ਹਾਂ। ਜਦੋਂ ਇੰਨੇ ਪਿਆਰ ਦੇ ਨਾਲ ਗੁਰੂ ਪਿਆਰਿਓ ਕੋਈ ਭਗਤ ਆਪਣੇ ਇਸ਼ਟ ਨੂੰ ਆਖਦਾ ਨਾ, ਤੇ ਇਸ਼ਟ ਜ਼ਰੂਰ ਬੋਲਦਾ ਹੈ ਗੁਰੂ ਪਿਆਰਿਓ। ਅਸੀਂ ਕਦੇ ਕਿਹਾ ਹੀ ਨਹੀਂ, ਕਦੇ ਕਹਿ ਕੇ ਵੇਖੀਏ ਗੁਰੂ ਨੂੰ, ਕਦੇ ਕਹਿ ਕੇ ਵੇਖੀਏ ਅਕਾਲ ਪੁਰਖ ਨੂੰ, ਜਿਸ ਤਰ੍ਹਾਂ ਭਗਤ ਰਵਿਦਾਸ ਜੀ ਕਹਿ ਰਹੇ ਨੇ, ਜਿਹੜੇ ਪ੍ਰੇਮ ਦੇ ਵਿੱਚ ਭਿੱਜ ਕੇ ਭਗਤ ਰਵਿਦਾਸ ਜੀ ਕਹਿ ਰਹੇ ਨੇ, ਇੰਨੇ ਪ੍ਰੇਮ ਦੇ ਵਿੱਚ ਭਿੱਜ ਕੇ ਗੁਰੂ ਪਿਆਰਿਓ ਕਦੇ ਗੁਰੂ ਨੂੰ ਕਹਿ ਕੇ ਵੇਖੀਏ, ਕਦੇ ਅਕਾਲ ਪੁਰਖ ਨੂੰ ਕਹਿ ਕੇ ਵੇਖੀਏ। ਉਹ ਪੱਥਰ ਨਹੀਂ ਹੈ ਗੁਰੂ ਪਿਆਰਿਓ ਜਿਹੜਾ ਬੋਲੇਗਾ ਨਹੀਂ, ਉਹ ਚੇਤਨ ਹੈ, ਉਹ ਆਨੰਦ ਚਿੱਤ ਹੈ, ਉਹ ਸਤ ਹੈ, ਉਹ ਬੋਲੇਗਾ ਗੁਰੂ ਪਿਆਰਿਓ। ਪਰ ਬੋਲਦਾ ਉਦੋਂ ਹੈ ਜਦੋਂ ਕੋਈ ਪ੍ਰੇਮ ਦੇ ਵਿੱਚ ਭਿੱਜ ਕੇ ਉਹਨੂੰ ਬੁਲਾਉਂਦਾ ਹੈ, ਉਦੋਂ ਬੋਲਦਾ ਗੁਰੂ ਪਿਆਰਿਓ। ਤੇ ਪ੍ਰੇਮ ਦੇ ਵਿੱਚ ਭਿੱਜ ਕੇ ਉਦੋਂ ਗੁਰੂ ਪਿਆਰਿਓ ਕੋਈ ਬੁਲਾਉਂਦਾ ਜਦੋਂ ਕੋਈ ਉਹਦੇ ਤੇ ਭਰੋਸਾ ਕਰਦਾ ਹੈ, ਜਦੋਂ ਉਹਦੇ ਤੇ ਕੋਈ ਵਿਸ਼ਵਾਸ ਕਰਦਾ ਹੈ। ਸਾਡਾ ਇੰਨਾ ਵਿਸ਼ਵਾਸ, ਇੰਨਾ ਭਰੋਸਾ ਅਕਾਲ ਪੁਰਖ ਤੇ ਹੋਣਾ ਚਾਹੀਦਾ, ਜਿੰਨਾ ਭਰੋਸਾ, ਜਿੰਨਾ ਵਿਸ਼ਵਾਸ ਇਹ ਮਹਾਂਪੁਰਖ ਭਗਤ ਰਵਿਦਾਸ ਜੀ ਅਕਾਲ ਪੁਰਖ ਤੇ ਕਰਦੇ। ਇਹ ਸਾਨੂੰ ਇਹੋ ਹੀ ਸਿਖਾ ਰਹੇ ਨੇ, ਪੁੱਤਰੋ ਇੰਨਾ ਭਰੋਸਾ ਵਾਹਿਗੁਰੂ ਤੇ ਕਰੋ। ਵਾਹਿਗੁਰੂ ਤੇ ਭਰੋਸਾ ਕਰਕੇ ਪ੍ਰੀਤ ਵਿੱਚ ਭਿੱਜ ਕੇ ਉਹਨੂੰ ਬੁਲਾ ਕੇ ਦੇਖੋ, ਫਿਰ ਉਹ ਜ਼ਰੂਰ ਬੋਲੇਗਾ। ਇਹ ਗੁਰੂ ਪਿਆਰਿਓ ਭਗਤ ਜੀ ਆਖਦੇ ਨੇ। ਸਮੁੱਚੇ ਸ਼ਬਦ ਵਿੱਚ ਕੀ ਸਮਝਾਉਂਦੇ ਨੇ, ਆਓ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ 'ਚ ਜੁੜੇ ਬੈਠੇ ਹਾਂ, ਮਨ ਬਿਰਤੀਆਂ ਇਕਾਗਰ ਕਰ ਲਈਏ। ਗੁਰੂ ਕੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਭਗਤ ਰਵਿਦਾਸ ਜੀ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਰਾਗ ਦਾ ਨਾਂ ਹੈ ਗੁਰੂ ਪਿਆਰਿਓ। ਭਗਤ ਰਵਿਦਾਸ ਜੀ ਕੀ ਇਹ ਬਾਣੀ ਜਿਹੜੀ ਹੈ, ਇਹ ਭਗਤ ਰਵਿਦਾਸ ਜੀ ਕੀ ਹੈ। ਭਗਤ ਰਵਿਦਾਸ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ ਹੈ। ਪਰਮੇਸ਼ਵਰ ਦੇ ਬੋਲ ਹੈ, ਭਗਤ ਰਵਿਦਾਸ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਏ ਨੇ ਗੁਰੂ ਪਿਆਰਿਓ।
ਆਰੰਭ ਦੇ ਵਿੱਚ ਮੰਗਲਾਚਰਨ ਹੈ, ਸੰਖੇਪ ਰੂਪ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਸੁਭਾਈਮਾਨ ਹੈ। ਔਰ ਐਸਾ ਪਰਮੇਸ਼ਵਰ, ਐਸਾ ਵਾਹਿਗੁਰੂ ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ ਹੈ। ਭਾਵ ਜੇ ਗੁਰੂ ਕਿਰਪਾ ਕਰੇ ਨਾ ਗੁਰੂ ਪਿਆਰਿਓ, ਤੇ ਫਿਰ ਵਾਹਿਗੁਰੂ ਜਾਣਿਆ ਜਾ ਸਕਦਾ ਹੈ। ਪਰ ਗੁਰੂ ਕਿਰਪਾ ਉਦੋਂ ਕਰਦਾ ਹੈ ਜਦੋਂ ਗੁਰੂ ਤੇ ਭਰੋਸਾ ਹੁੰਦਾ ਹੈ। ਗੱਲ ਭਰੋਸੇ ਦੀ ਹੈ ਗੁਰੂ ਪਿਆਰਿਓ। ਜੇ ਤਾਂ ਭਰੋਸਾ ਹੈਗਾ ਫਿਰ ਤਾਂ ਸਾਰਾ ਕੁਝ ਹੀ ਹੈ। ਜੇ ਸਾਡਾ ਭਰੋਸਾ ਨਹੀਂ ਨਾ ਹੈ ਗੁਰੂ ਪਿਆਰਿਓ, ਫਿਰ ਸਮਝ ਲਓ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਧਰਮ ਦੀ ਦੁਨੀਆ ਦੇ ਅੰਦਰ, ਧਰਮ ਦੇ ਖੇਤਰ ਦੇ ਅੰਦਰ, ਉਹ ਵਿਸ਼ਵਾਸ ਹੈ ਗੁਰੂ ਪਿਆਰਿਓ। ਵਿਸ਼ਵਾਸ, ਜੇ ਵਿਸ਼ਵਾਸ ਹੈ ਤੇ ਧਰਮ ਹੈ, ਜੇ ਵਿਸ਼ਵਾਸ ਨਹੀਂ ਹੈ ਤੇ ਕੋਈ ਧਰਮ ਨਹੀਂ ਹੈ ਗੁਰੂ ਪਿਆਰਿਓ। ਇਸ ਕਰਕੇ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਇਹੋ ਹੀ ਹੈ ਕਿ ਅਸੀਂ ਆਪਣੇ ਅੰਦਰ ਗੁਰੂ ਦੇ ਪ੍ਰਤੀ ਭਰੋਸਾ ਪੈਦਾ ਕਰੀਏ, ਵਿਸ਼ਵਾਸ ਪੈਦਾ ਕਰੀਏ। ਮੈਂ ਜਿੰਨੇ ਵੀ ਸਾਡੇ ਗੁਰੂ ਨਾਨਕ ਸਾਹਿਬ ਦੇ ਦਰ ਘਰ ਦੇ ਜਿਹੜੇ ਪ੍ਰਚਾਰਕ ਨੇ ਨਾ ਗੁਰੂ ਪਿਆਰਿਓ, ਕਥਾਵਾਚਕ ਹੈ, ਪ੍ਰਚਾਰਕ ਹੈ, ਉਹਨਾਂ ਨੂੰ ਵੀ ਇਹ ਕਹਿਣਾ ਚਾਹੂੰਗਾ ਕਿ ਜਦੋਂ ਵੀ ਗੁਰੂ ਦੇ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਦੀ ਗੱਲ ਕਰਨੀ ਹੈ, ਜਦੋਂ ਵੀ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕੋਈ ਗੱਲ ਕਰਨੀ ਹੈ, ਕਥਾ ਰਾਹੀਂ ਕਰਨੀ ਹੈ, ਕੀਰਤਨ ਰਾਹੀਂ ਕਰਨੀ ਹੈ, ਕੋਈ ਹੋਰ ਗੁਰੂ ਪਿਆਰਿਓ ਜਿਹੜਾ ਹੈ ਕੋਈ ਸ਼ਬਦਾਂ ਰਾਹੀਂ ਕਰਨੀ ਹੈ, ਤੇ ਇੱਕ ਅਰਦਾਸ ਉਸ ਤੋਂ ਪਹਿਲਾਂ ਗੁਰੂ ਅੱਗੇ ਜ਼ਰੂਰ ਕਰਨੀ ਹੈ ਵੀ ਸੱਚੇ ਪਾਤਸ਼ਾਹ ਉਹ ਬੋਲ ਕਢਾਈ ਜਿਨ੍ਹਾਂ ਬੋਲਾਂ ਦੇ ਨਾਲ ਤੇਰੇ ਪ੍ਰਤੀ ਸੰਗਤ ਦੇ ਮਨ ਦੇ ਵਿੱਚ ਭਰੋਸਾ ਪੈਦਾ ਹੋਵੇ, ਵਿਸ਼ਵਾਸ ਪੈਦਾ ਹੋਵੇ, ਪਿਆਰ ਪੈਦਾ ਹੋਵੇ। ਐਸਾ ਸ਼ਬਦ ਮੂੰਹ ਚੋਂ ਨਾ ਨਿਕਲੇ ਜਿਹੜੇ ਸ਼ਬਦ ਨੂੰ ਸੁਣ ਕੇ ਸੰਗਤ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਸ਼ੰਕਾ ਪੈਦਾ ਹੋ ਜਾਵੇ। ਇਹ ਗੁਰੂ ਦੇ ਅੱਗੇ ਅਰਦਾਸ ਸਾਡੇ ਪ੍ਰਚਾਰਕਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਗੁਰੂ ਪਿਆਰਿਓ। ਖਾਸ ਤੌਰ ਤੇ ਉਸ ਵਕਤ ਜਦੋਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕਥਾ ਕਰਨੀ ਹੈ ਜਾਂ ਗੁਰੂ ਪਿਆਰਿਓ ਕੀਰਤਨ ਕਰਨਾ ਹੈ, ਕਿ ਐਸਾ ਸ਼ਬਦ ਮੂੰਹ ਚੋਂ ਨਾ ਨਿਕਲੇ, ਘੱਟੋ ਘੱਟ ਗੁਰੂ ਦੀ ਹਜ਼ੂਰੀ 'ਚ ਬੈਠਿਆਂ ਤਾਂ ਬਿਲਕੁਲ ਨਾ ਨਿਕਲੇ, ਜਿਹਦੇ ਨਾਲ ਸਿੱਖ ਸੰਗਤ ਦੇ ਮਨਾਂ ਦੇ ਵਿੱਚੋਂ ਗੁਰੂ ਦੇ ਪ੍ਰਤੀ ਕਿਤੇ ਸ਼ੰਕਾ ਦਾ ਬੀਜ ਪੈਦਾ ਹੋਵੇ। ਐਸੇ ਬੋਲ ਨਿਕਲਣੇ ਚਾਹੀਦੇ ਨੇ ਜਿਹੜੇ ਸੰਗਤਾਂ ਦੇ ਅੰਦਰ ਗੁਰੂ ਦੇ ਪ੍ਰਤੀ ਭਰੋਸਾ ਪੈਦਾ ਕਰਨ, ਸਿਦਕ ਪੈਦਾ ਕਰਨ। ਤੇ ਜਿਹੜਾ ਸਿਦਕ ਪੈਦਾ ਕਰਨ, ਭਰੋਸਾ ਪੈਦਾ ਕਰਨ, ਉਹੀ ਗੁਰੂ ਪਿਆਰਿਓ ਸਿੱਖੀ ਦਾ ਪ੍ਰਚਾਰ ਹੈ, ਸਿੱਖੀ ਵਿਸ਼ਵਾਸ ਹੈ। ਤੇ ਜੇ ਗੁਰੂ ਪਿਆਰਿਓ ਭਰੋਸਾ ਪੈਦਾ ਕਰਨ ਵਾਲੇ ਸ਼ਬਦ ਨਹੀਂ ਨਾ ਹੈ, ਭਰੋਸਾ ਪੈਦਾ ਕਰਨ ਵਾਲੇ ਬਚਨ ਨਹੀਂ ਹੈ, ਤੇ ਫਿਰ ਇਹ ਪ੍ਰਚਾਰ ਨਹੀਂ ਹੈ, ਇਹ ਕੁਪ੍ਰਚਾਰ ਹੈ। ਤੇ ਐਸਾ ਕੁਪ੍ਰਚਾਰ ਗੁਰੂ ਦੀ ਹਜ਼ੂਰੀ 'ਚ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਗੁਰੂ ਪਿਆਰਿਓ। ਫਿਰ ਜੇ ਗੁਰੂ ਦੀ ਹਜ਼ੂਰੀ 'ਚ ਹੁੰਦਾ ਐਸਾ ਕੁਪ੍ਰਚਾਰ, ਕਰਨ ਵਾਲੇ ਵੀ ਪਾਪਾਂ ਦੇ ਭਾਗੀ ਤੇ ਸੁਣਨ ਵਾਲੇ ਵੀ ਪਾਪਾਂ ਦੇ ਭਾਗੀ। ਇਸ ਕਰਕੇ ਗੁਰੂ ਪਿਆਰਿਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਇਹੋ ਹੀ ਸਿਖਾ ਰਹੀ ਹੈ ਕਿ ਭਰੋਸਾ ਰੱਖੋ ਗੁਰੂ ਦੇ ਉੱਤੇ। ਜਦੋਂ ਭਰੋਸਾ ਹੋ ਗਿਆ, ਵਿਸ਼ਵਾਸ ਹੋ ਗਿਆ, ਤੇ ਫਿਰ ਗੁਰੂ ਪਿਆਰਿਓ ਗੁਰੂ ਕਿਰਪਾ ਕਰੇਗਾ, ਸਾਨੂੰ ਉਸ ਵਾਹਿਗੁਰੂ ਨਾਲ ਜੋੜੇਗਾ, ਪਰਮੇਸ਼ਵਰ ਨਾਲ ਜੋੜੇਗਾ। ਇਹ ਮੰਗਲਾਚਰਨ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਦੁਆਰਾ ਉਹ ਜਾਣਿਆ ਜਾ ਸਕਦਾ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਇੱਕ ਹੋਰ ਗੱਲ ਗੁਰੂ ਪਿਆਰਿਓ, ਕਈ ਕਹਿੰਦੇ ਨੇ ਗਿਆਨ ਦੇਣਾ ਸੰਗਤ ਨੂੰ। ਉਹ ਭਾਈ ਜਿਹਦਾ ਗਿਆਨ ਦੇਣਾ ਤੁਸੀਂ ਸੰਗਤ ਨੂੰ, ਪਹਿਲਾਂ ਉਸ ਦੇ ਪ੍ਰਤੀ ਭਰੋਸਾ ਤਾਂ ਪੈਦਾ ਕਰੋ। ਜੇ ਵਾਹਿਗੁਰੂ ਦਾ ਗਿਆਨ ਦੇਣਾ ਤੇ ਪਹਿਲਾਂ ਵਾਹਿਗੁਰੂ ਦੇ ਪ੍ਰਤੀ ਭਰੋਸਾ ਪੈਦਾ ਕਰੋ। ਜੇ ਗੁਰੂ ਦਾ ਗਿਆਨ ਦੇਣਾ ਤੇ ਪਹਿਲਾਂ ਗੁਰੂ ਦੇ ਪ੍ਰਤੀ ਭਰੋਸਾ ਪੈਦਾ ਕਰ ਲਓ। ਜਦੋਂ ਵਿਸ਼ਵਾਸ ਪੈਦਾ ਹੋ ਗਿਆ ਨਾ, ਫਿਰ ਗਿਆਨ ਦਿਓ ਜੀ। ਫਿਰ ਗਿਆਨ ਠਹਿਰ ਵੀ ਜਾਊਗਾ, ਫਿਰ ਗਿਆਨ ਠਹਿਰ ਵੀ ਜਾਊਗਾ ਗੁਰੂ ਪਿਆਰਿਓ। ਤੇ ਜੇ ਭਰੋਸੇ ਤੋਂ ਬਿਨਾਂ, ਸਿਦਕ ਤੋਂ ਬਿਨਾਂ ਗਿਆਨ ਦੇਤਾ, ਉਹ ਗਿਆਨ ਨੇ ਠਹਿਰਨਾ ਨਹੀਂ ਗੁਰੂ ਪਿਆਰਿਓ। ਉਹ ਗਿਆਨ ਨੇ ਖਤਮ ਹੋ ਜਾਣਾ। ਜਿਵੇਂ ਬੰਜਰ ਜ਼ਮੀਨ ਦੇ ਵਿੱਚ ਪਾਣੀ ਦੀਆਂ ਬੂੰਦਾਂ ਜਿਹੜੀਆਂ ਨੇ ਉਹ ਪੈ ਵੀ ਜਾਣ ਤੇ ਕੋਈ ਫਾਇਦਾ ਨਹੀਂ, ਰਚ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਉਹਨੇ ਖਤਮ ਹੋ ਜਾਣਾ ਗੁਰੂ ਪਿਆਰਿਓ। ਰੁੱਖਾ ਗਿਆਨ ਜਿਹੜਾ ਨਾ, ਰੁੱਖਾ ਗਿਆਨ ਇਹ ਕਿਸੇ ਦੇ ਕੰਮ ਨਹੀਂ ਆਉਂਦਾ ਗੁਰੂ ਪਿਆਰਿਓ। ਜੇ ਗਿਆਨ ਦੇਣਾ ਵੀ ਹੈ ਤੇ ਵਿਸ਼ਵਾਸ ਦੇ ਵਿੱਚ ਲਪੇਟ ਕੇ ਦਿਓ, ਭਰੋਸੇ ਦੇ ਵਿੱਚ ਲਪੇਟ ਕੇ ਦਿਓ, ਤਾਂ ਕਿ ਗਿਆਨ ਹਿਰਦੇ ਦੇ ਵਿੱਚ ਠਹਿਰ ਜੇ, ਰੁਕ ਜਾਏ। ਜੇ ਭਰੋਸੇ ਤੋਂ ਬਿਨਾਂ ਗਿਆਨ ਦਿੱਤਾ ਨਾ ਤੇ ਇਹਨੇ ਠਹਿਰਨਾ ਨਹੀਂ, ਰੁਕਣਾ ਨਹੀਂ ਗੁਰੂ ਪਿਆਰਿਓ। ਐਸੇ ਗਿਆਨ ਦਾ ਕੋਈ ਫਾਇਦਾ ਨਹੀਂ ਹੋਣਾ ਹੈ। ਭਗਤ ਰਵਿਦਾਸ ਜੀ ਕੀ ਕਹਿੰਦੇ ਨੇ, ਧਿਆਨ ਦਈਏ ਗੁਰੂ ਪਿਆਰਿਓ। ਅਕਾਲ ਪੁਰਖ ਨਾਲ ਗੱਲਾਂ ਕਰਦੇ ਨੇ।
ਬਾਣੀ ਅਕਾਲ ਪੁਰਖ ਨਾਲ ਗੱਲਾਂ ਕਰਦੀ ਹੈ, ਬਾਣੀ ਅਕਾਲ ਪੁਰਖ ਦੀਆਂ ਗੱਲਾਂ ਕਰਦੀ ਹੈ। ਕਿਤੇ ਗੁਰਬਾਣੀ ਨੇ ਅਕਾਲ ਪੁਰਖ ਨਾਲ ਗੱਲਾਂ ਕੀਤੀਆਂ ਨੇ, ਕਿਤੇ ਗੁਰਬਾਣੀ ਨੇ ਅਕਾਲ ਪੁਰਖ ਦੀਆਂ ਗੱਲਾਂ ਕੀਤੀਆਂ ਨੇ। ਹੋਰ ਗੁਰਬਾਣੀ 'ਚ ਕੁਝ ਨਹੀਂ ਗੁਰੂ ਪਿਆਰਿਓ, ਜਾਂ ਰੱਬ ਦੀਆਂ ਗੱਲਾਂ ਨੇ ਜਾਂ ਰੱਬ ਨਾਲ ਗੱਲਾਂ ਨੇ। ਤੇ ਰੱਬ ਦੀਆਂ ਗੱਲਾਂ ਤੇ ਰੱਬ ਨਾਲ ਗੱਲਾਂ ਦੇ ਵਿੱਚੋਂ ਸਾਨੂੰ ਗੁਰੂ ਪਿਆਰਿਓ ਬਹੁਤ ਕੁਝ ਸਿੱਖਣ ਨੂੰ ਸਮਝਣ ਨੂੰ ਮਿਲਦਾ। ਹੁਣ ਕੀ ਕਹਿੰਦੇ ਨੇ ਮਹਾਂਪੁਰਖ? ਅਕਾਲ ਪੁਰਖ ਨੂੰ ਕਹਿੰਦੇ ਨੇ ਗੁਰੂ ਪਿਆਰਿਓ, ਅਕਾਲ ਪੁਰਖ ਨਾਲ ਗੱਲਾਂ ਕਰਦੇ ਨੇ। ਅਕਾਲ ਪੁਰਖ ਨਾਲ ਗੱਲਾਂ ਕਰਦੇ ਮਹਾਂਪੁਰਖ ਕਹਿੰਦੇ ਨੇ, ਕਹਿੰਦੇ ਹਮ ਸਰ ਦੀਨ। ਆ ਦੀਨ ਸ਼ਬਦ ਹੈ ਨਾ ਜਿਹੜਾ ਗੁਰੂ ਪਿਆਰਿਓ, ਇਹਦਾ ਭਾਰਤੀ ਪਰੰਪਰਾ ਦੇ ਵਿੱਚ ਅਰਥ ਹੋਰ ਹੈ ਤੇ ਸਾਮੀ ਪਰੰਪਰਾ ਦੇ ਵਿੱਚ ਜਿਹੜਾ ਅਰਥ ਜਿਹੜਾ ਉਹ ਹੋਰ ਹੈ। ਹੁਣ ਭਾਰਤੀ ਪਰੰਪਰਾ ਦੇ ਵਿੱਚ ਦੀਨ ਦਾ ਅਰਥ ਹੁੰਦਾ ਵਿਚਾਰਾ। ਆਪਾਂ ਕਹਿੰਦੇ ਫਲਾਨਾ ਤਾਂ ਦੀਨ ਜਿਹਾ ਬੰਦਾ ਹੈ, ਦੀਨ ਦੁਖੀ, ਆਪਾਂ ਕਹਿੰਦੇ ਨਾ ਦੀਨ ਦੁਖੀ। ਤੇ ਸਾਮੀ ਪਰੰਪਰਾ ਦੇ ਵਿੱਚ ਦੀਨ ਦਾ ਅਰਥ ਹੁੰਦਾ ਗੁਰੂ ਪਿਆਰਿਓ ਮਜ਼ਹਬ, ਧਰਮ। ਗੁਰਬਾਣੀ ਦੇ ਵਿੱਚ ਇਹ ਦੀਨ ਸ਼ਬਦ ਜਿਹੜਾ ਨਾ ਇਹ ਦੋਨੇ ਅਰਥਾਂ 'ਚ ਆਇਆ ਗੁਰੂ ਪਿਆਰਿਓ। ਦੀਨ ਸ਼ਬਦ ਗੁਰਬਾਣੀ ਦੇ ਵਿੱਚ ਵਿਚਾਰੇ ਦੇ ਅਰਥਾਂ ਵਿੱਚ ਵੀ ਆਇਆ, ਨਿਮਾਣੇ ਦੇ ਅਰਥਾਂ ਵਿੱਚ ਵੀ ਆਇਆ, ਤੇ ਦੀਨ ਸ਼ਬਦ ਧਰਮ ਦੇ ਅਰਥਾਂ ਵਿੱਚ ਵੀ ਆਇਆ। ਜਿੱਥੇ ਮਹਾਰਾਜ ਕਹਿੰਦੇ ਆ ਨਾ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਦੀਨ ਗਵਾਇਆ ਦੁਨੀ ਸਿਉ, ਉੱਥੇ ਗੁਰੂ ਪਿਆਰਿਓ ਦੀਨ ਦਾ ਅਰਥ ਹੈ ਧਰਮ, ਮਜ਼ਹਬ, ਜਿਹੜਾ ਇਸਲਾਮ ਦੇ ਵਿੱਚ, ਈਸਾਈ ਪਰੰਪਰਾ ਦੇ ਵਿੱਚ ਬੋਲਿਆ ਜਾਂਦਾ, ਵਰਤਿਆ ਜਾਂਦਾ। ਪਰ ਭਾਰਤੀ ਪਰੰਪਰਾ ਦੇ ਵਿੱਚ ਦੀਨ ਦਾ ਅਰਥ ਹੁੰਦਾ ਹੈ ਵਿਚਾਰਾ, ਗਰੀਬ, ਨਿਮਾਣਾ। ਤਾਂ ਇੱਥੇ ਦੀਨ ਦਾ ਅਰਥ ਜਿਹੜਾ ਗੁਰੂ ਪਿਆਰਿਓ ਉਹ ਹੈ ਨਿਮਾਣਾ। ਨਿਮਾਣਾ ਕਹਿ ਲਓ, ਵਿਚਾਰਾ ਕਹਿ ਲਓ। ਹੁਣ ਭਗਤ ਜੀ ਅਕਾਲ ਪੁਰਖ ਨੂੰ ਕਹਿੰਦੇ ਨੇ, ਮਹਾਂਪੁਰਖ ਅਕਾਲ ਪੁਰਖ ਨੂੰ ਕਹਿੰਦੇ ਨੇ, ਕਹਿੰਦੇ ਹਮ ਸਰ ਦੀਨ। ਸਰ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਸਰ ਦਾ ਮਤਲਬ ਹੈ ਬਰਾਬਰ। ਸਰ ਆਪਾਂ ਸ਼ਬਦ ਸੁਣਦੇ ਆ ਨਾ, ਸਮ ਸਰ। ਸਮ ਸਰ ਦਾ ਮਤਲਬ ਹੁੰਦਾ ਇੱਕ ਬਰਾਬਰ। ਸਰ ਦਾ ਇੱਥੇ ਅਰਥ ਹੈ ਬਰਾਬਰ। ਸਰ ਦਾ ਅਰਥ ਸਰੋਵਰ ਵੀ ਹੁੰਦਾ ਗੁਰੂ ਪਿਆਰਿਓ। ਸਰ ਦਾ ਅਰਥ ਸਰੋਵਰ ਵੀ ਹੁੰਦਾ, ਪਰ ਇੱਥੇ ਸਰ ਦਾ ਅਰਥ ਹੈ ਬਰਾਬਰ। ਸੱਸਾ ਰਾਰੇ ਨੂੰ ਸਿਹਾਰੀ। ਸਰ, ਸਰ ਦਾ ਮਤਲਬ ਹੈ ਬਰਾਬਰ। ਭਗਤ ਜੀ ਕਹਿੰਦੇ ਨੇ, ਮਹਾਂਪੁਰਖ ਕਹਿੰਦੇ ਨੇ, ਕਹਿੰਦੇ ਹਮ ਸਰ ਦੀਨ। ਵਾਹਿਗੁਰੂ, ਹੇ ਅਕਾਲ ਪੁਰਖ, ਸਾਡੇ ਬਰਾਬਰ, ਸਾਡੇ ਵਰਗਾ ਦੀਨ ਕੋਈ ਨਹੀਂ ਹੈ, ਵਿਚਾਰਾ ਕੋਈ ਨਹੀਂ ਹੈ। ਦਇਆਲ ਨਾ ਤੁਮ ਸਰ, ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਦੇਖੋ ਗੁਰੂ ਪਿਆਰਿਓ ਕਿੱਡੀ ਕਮਾਲ ਦੀ ਗੱਲ। ਕਹਿੰਦੇ ਹੇ ਅਕਾਲ ਪੁਰਖ, ਇਸ ਜਹਾਨ ਦੇ ਉੱਤੇ, ਇਸ ਜਗਤ ਦੇ ਉੱਤੇ ਸਾਡੇ ਵਰਗਾ ਸਾਨੂੰ ਵਿਚਾਰਾ ਕੋਈ ਨਜ਼ਰ ਨਹੀਂ ਆਉਂਦਾ। ਜਿਹਨੀ ਸਭ ਤੋਂ ਵਿਚਾਰੇ ਅਸੀਂ ਹਾਂ, ਸਭ ਤੋਂ ਆਜਿਜ਼ ਅਸੀਂ ਹਾਂ। ਤੇ ਕਹਿ ਦਿੰਦੇ ਨੇ ਲਓ ਜੀ, ਆਪਣੇ ਆਪ ਨੂੰ ਆਜਿਜ਼ ਕਹੀ ਜਾਂਦੇ ਨੇ, ਆਪਣੇ ਆਪ ਨੂੰ ਨਿਮਾਣੇ ਕਹੀ ਜਾਂਦੇ ਨੇ। ਉਹ ਭਾਈ ਪੁਰਖੋ, ਇਹ ਜਿਹੜੇ ਸ਼ਬਦ ਹੈ ਨਾ, ਇਹ ਨਿਮਰਤਾ ਦੇ ਸੂਚਕ ਹੈ। ਹੁਣ ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੱਧ ਪੜ੍ਹਿਆ ਲਿਖਿਆ ਸੰਸਾਰ 'ਚ ਕੌਣ ਹੈ ਗੁਰੂ ਪਿਆਰਿਓ? ਸਿੱਖ ਦੀ ਨਜ਼ਰ 'ਚ ਕੋਈ ਨਹੀਂ ਹੈ। ਹਾਂ ਗੁਰੂ ਪਿਆਰਿਓ, ਕੋਈ ਜਿਹੜਾ ਨਹੀਂ ਸਿੱਖ ਹੈ ਉਹ ਜਿਹਨੂੰ ਮਰਜ਼ੀ ਮੰਨੀ ਜਾਏ, ਪਰ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ ਨਾ ਗੁਰੂ ਪਿਆਰਿਓ, ਉਹਦੀ ਨਜ਼ਰ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਵੱਡਾ ਜਿਹੜਾ ਕੋਈ ਪੜ੍ਹਿਆ ਨਹੀਂ ਹੈ। ਉਹਦੀ ਨਜ਼ਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਵੱਡਾ ਜਿਹੜਾ ਹੈ ਕੋਈ ਜਤੀ ਨਹੀਂ ਹੈ। ਉਹਦੀ ਨਜ਼ਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਵੱਡਾ ਕੋਈ ਸਤੀ ਨਹੀਂ ਹੈ। ਜਿਹੜਾ ਸਿੱਖ ਹੈ ਗੁਰੂ ਪਿਆਰਿਓ, ਜਿਹਦਾ ਗੁਰੂ ਨਾਨਕ ਸਾਹਿਬ ਤੇ ਭਰੋਸਾ ਹੈ, ਜਿਹਦਾ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭਰੋਸਾ ਹੈ, ਉਹਦੀ ਨਜ਼ਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਵੱਡਾ ਜਤੀ ਕੋਈ ਨਹੀਂ, ਗੁਰੂ ਨਾਨਕ ਸਾਹਿਬ ਤੋਂ ਵੱਡਾ ਸਤੀ ਕੋਈ ਨਹੀਂ, ਗੁਰੂ ਨਾਨਕ ਸਾਹਿਬ ਤੋਂ ਵੱਧ ਕੋਈ ਪੜ੍ਹਿਆ ਲਿਖਿਆ ਨਹੀਂ ਹੈ। ਤੇ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛੀਏ ਤਾਂ ਉਹ ਕਹਿੰਦੇ ਨੇ, ਰੋਜ਼ ਅਸੀਂ ਪੜ੍ਹਦੇ ਹਾਂ, ਕਹਿੰਦੇ ਨਾ ਹਉ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਪਾਇਆ। ਇਹ ਸਾਡੇ ਪਾਤਸ਼ਾਹ ਦੀ ਵਡਿਆਈ ਹੈ ਗੁਰੂ ਪਿਆਰਿਓ। ਇਹ ਸਾਡੇ ਪਾਤਸ਼ਾਹ ਦੀ ਵਡਿਆਈ ਹੈ ਕਿ ਸੰਸਾਰ ਤੋਂ ਵੱਡੇ ਜਤੀ, ਸੰਸਾਰ ਦੇ ਸਭ ਤੋਂ ਵੱਡੇ ਸਤੀ, ਸੰਸਾਰ ਦੇ ਸਭ ਤੋਂ ਵੱਡੇ ਪੜ੍ਹੇ ਲਿਖੇ ਜਿਹੜੇ ਨੇ, ਉਹ ਕਹਿੰਦੇ ਨੇ ਨਾ ਹਉ ਜਤੀ ਸਤੀ ਨਹੀਂ ਪੜ੍ਹਿਆ, ਮੂਰਖ ਮੁਗਦਾ ਜਨਮ ਭਇਆ। ਇਹ ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਾਨਤਾ ਹੈ।
ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਵਡਿਆਈ ਹੈ ਗੁਰੂ ਪਿਆਰਿਓ। ਕੌਣ ਕਰ ਸਕਦਾ ਹੈ? ਅੱਜ ਕੱਲ ਤਾਂ ਗੁਰੂ ਪਿਆਰਿਓ ਮਾੜਾ ਜਿਹਾ ਕੋਈ ਪੜ੍ਹਿਆ ਕਹਿੰਦਾ ਮੈਂ ਸਭ ਤੋਂ ਵੱਧ ਪੜ੍ਹਿਆ, ਮੈਂ ਸਭ ਤੋਂ ਵੱਧ ਜਾਣਦਾ ਹੈ। ਜੇ ਕਿਸੇ 'ਚ ਮਾੜਾ ਜਿਹਾ ਜਾਤਾ ਕਹਿੰਦਾ ਮੈਂ ਸਭ ਤੋਂ ਵੱਡਾ ਜਤੀ ਹੈ, ਜੇ ਕਿਸੇ 'ਚ ਮਾੜਾ ਜਿਹਾ ਸਾਤਾ ਕਹਿੰਦਾ ਮੈਂ ਸਤੀ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹਾ ਮਹਾਨ ਗੁਰੂ ਪਿਆਰਿਓ ਕੋਈ ਪੁਰਖ ਨਹੀਂ ਹੋ ਸਕਦਾ। ਜਿੰਨਾ ਸਾਗਰ ਦੇ ਵਿੱਚ ਪਾਣੀ ਹੈ ਇੰਨੇ ਗੁਰੂ ਨਾਨਕ ਸਾਹਿਬ 'ਚ ਗੁਣ ਹੈ। ਲੇਕਿਨ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹੜੇ ਨੇ ਉਹ ਕਹਿੰਦੇ ਨੇ ਕਿ ਭਾਈ ਅਸੀਂ ਔਗਣ ਹਾਰੇ ਹਾਂ, ਅਸੀਂ ਨੀਚ ਹਾਂ, ਢਾਡੀ ਹਾਂ, ਗਰੀਬ ਹਾਂ। ਦੇਖੋ ਕਿੱਡੀ ਕਮਾਲ ਦੀ ਗੱਲ। ਇਹ ਨਿਮਰਤਾ ਦੇ ਸੂਚਕ ਨੇ ਸ਼ਬਦ ਗੁਰੂ ਪਿਆਰਿਓ, ਕਿ ਸਭ ਕੁਝ ਹੁੰਦਿਆਂ ਆਪਣੇ ਆਪ ਨੂੰ ਖਾਲੀ ਮੰਨਣਾ, ਇਹ ਵਡਿਆਈ ਹੁੰਦੀ ਹੈ ਗੁਰੂ ਪਿਆਰਿਓ। ਗੁਣਵਾਨ ਹੁੰਦਿਆਂ ਕਹਿਣਾ ਕਿ ਅਸੀਂ ਕੁਝ ਨਹੀਂ ਜਾਣਦੇ ਭਾਈ, ਇਹਦਾ ਮਤਲਬ ਹੋਰ ਤਲਬ ਹੈ। ਇਹ ਸੰਸਾਰ ਨੂੰ ਸਿਖਾ ਰਹੇ ਨੇ। ਭਗਤ ਰਵਿਦਾਸ ਜੀ ਇੱਥੇ ਕਹਿੰਦੇ ਨੇ, ਕਹਿੰਦੇ ਹੇ ਅਕਾਲ ਪੁਰਖ ਤੁਹਾਡੇ ਤੋਂ ਵੱਡਾ ਦਿਆਲੂ ਕੋਈ ਨਹੀਂ ਹੈ ਤੇ ਸਾਡੇ ਤੋਂ ਵੱਡਾ ਇੱਥੇ ਸੰਸਾਰ ਦੇ ਵਿੱਚ ਵਿਚਾਰਾ ਕੋਈ ਨਹੀਂ ਹੈ। ਇਸ ਕਰਕੇ ਅਬ ਪਤਿਆਰ ਕਿਆ ਕੀਜੈ, ਹੇ ਅਕਾਲ ਪੁਰਖ ਹੁਣ ਹੋਰ ਜਿਹੜਾ ਪਤਿਆਵਾ ਜਿਹੜਾ ਹੈ, ਹੋਰ ਪ੍ਰਤਿਆਵਾ ਜਿਹੜਾ ਹੈ ਉਹ ਕਾਹਦਾ ਲੈਣਾ? ਨਾ ਲਓ ਮਹਾਰਾਜ, ਹੋਰ ਪ੍ਰੀਖਿਆ ਨਾ ਲਓ ਅਕਾਲ ਪੁਰਖ। ਬਸ ਸਾਡੇ ਨਾਲ ਗੱਲ ਕਰੋ, ਸਾਨੂੰ ਆ ਕੇ ਬੋਲੋ, ਸਾਡੇ ਨਾਲ ਬਚਨ ਸਾਂਝੇ ਕਰੋ, ਕਿਉਂਕਿ ਮੇਰੇ ਤੋਂ ਵੱਡਾ ਵਿਚਾਰਾ ਨਹੀਂ ਹੈ, ਤੇਰੇ ਤੋਂ ਵੱਡਾ ਅਕਾਲ ਪੁਰਖ ਦਿਆਲੂ ਕੋਈ ਨਹੀਂ ਹੈ। ਹੁਣ ਹੋਰ ਪ੍ਰੀਖਿਆ ਜਿਹੜੀ ਹੈ ਉਹ ਨਾ ਲਓ। ਪ੍ਰੀਖਿਆ ਜਿਹੜੀ ਹੈ ਨਾ ਗੁਰੂ ਪਿਆਰਿਓ, ਪ੍ਰੀਖਿਆ ਇਮਤਿਹਾਨ ਇਹ ਸੰਸਾਰ ਦੇ ਵਿੱਚ ਚੱਲਦਾ ਹੈ। ਦੇਖੋ ਸਮਾਜ ਨੇ ਵੀ ਸਿਸਟਮ ਤੈਅ ਕੀਤੇ ਨੇ। ਜੇ ਬੱਚੇ ਨੂੰ ਗੁਰੂ ਪਿਆਰਿਓ ਪੜ੍ਹਨ ਪਾਈਏ ਤੇ ਉੱਥੇ ਇਮਤਿਹਾਨ ਪੈਂਦੇ ਨੇ। ਜਿਹੜੇ ਬੱਚੇ ਇਮਤਿਹਾਨ ਪਾਸ ਕਰਦੇ ਨੇ ਉਹ ਅਗਲੀਆਂ ਜਮਾਤਾਂ 'ਚ ਜਾਂਦੇ ਨੇ, ਜਿਹੜੇ ਬੱਚੇ ਇਮਤਿਹਾਨ ਪਾਸ ਨਹੀਂ ਕਰਦੇ ਉਹ ਪਿਛਲੀਆਂ ਜਮਾਤਾਂ 'ਚ ਰਹਿ ਜਾਂਦੇ ਨੇ। ਜੇ ਕਿਸੇ ਨੇ ਨੌਕਰੀ ਲੈਣੀ ਹੈ ਤੇ ਇਮਤਿਹਾਨ ਪੈਂਦਾ ਹੈ, ਜਿਹੜੇ ਪਾਸ ਕਰ ਜਾਂਦੇ ਨੇ ਤੇ ਉਹਨਾਂ ਨੂੰ ਨੌਕਰੀਆਂ ਤੇ ਰੱਖਿਆ ਜਾਂਦਾ ਹੈ। ਇਵੇਂ ਗੁਰੂ ਪਿਆਰਿਓ ਜ਼ਿੰਦਗੀ ਦੇ ਵਿੱਚ ਵੀ ਇਮਤਿਹਾਨ ਦੇਣੇ ਪੈਂਦੇ ਆ, ਜ਼ਿੰਦਗੀ ਦੇ ਵਿੱਚ ਵੀ ਇਮਤਿਹਾਨ ਦੇਣੇ ਪੈਂਦੇ ਆ। ਜਦੋਂ ਅਸੀਂ ਵਾਹਿਗੁਰੂ ਦੇ ਘਰ ਵੱਲ ਤੁਰਦੇ ਆ ਨਾ ਗੁਰੂ ਪਿਆਰਿਓ, ਤੇ ਕਈ ਵਾਰੀ ਵਾਹਿਗੁਰੂ ਵੀ ਛੋਟੇ ਛੋਟੇ ਇਮਤਿਹਾਨ ਪਾ ਦਿੰਦਾ ਹੈ। ਜਿਹੜੇ ਉਹਨਾਂ ਇਮਤਿਹਾਨਾਂ ਨੂੰ ਅਕਾਲ ਪੁਰਖ ਦੀ ਕਿਰਪਾ ਨਾਲ ਪਾਸ ਕਰ ਜਾਂਦੇ ਆ ਉਹ ਨੇੜੇ ਹੋ ਜਾਂਦੇ ਆ ਗੁਰੂ ਪਿਆਰਿਓ। ਜਿਹੜੇ ਪਾਸ ਨਹੀਂ ਕਰ ਪਾਉਂਦੇ ਉਹ ਦੂਰ ਰਹਿ ਜਾਂਦੇ ਆ, ਜਿਹੜੇ ਪਾਸ ਨਹੀਂ ਕਰ ਪਾਉਂਦੇ ਉਹ ਦੂਰ ਰਹਿ ਜਾਂਦੇ ਆ। ਪਰ ਇੱਕ ਗੱਲ ਸਮਝਣੀ ਹੈ ਧਰਮ ਦੀ ਦੁਨੀਆ ਦੇ ਵਿੱਚ ਗੁਰੂ ਪਿਆਰਿਓ, ਜੇ ਬੰਦਾ ਆਖੇ ਨਾ ਕਿ ਰੱਬ ਦੇ ਵਾਹਿਗੁਰੂ ਦੇ ਪਾਏ ਇਮਤਿਹਾਨਾਂ ਦੇ ਵਿੱਚੋਂ ਮੈਂ ਆਪਣੀ ਤਾਕਤ ਨਾਲ ਪਾਸ ਹੋ ਕੇ ਅੱਗੇ ਨਿਕਲ ਜੂੰਗਾ, ਨਹੀਂ ਨਿਕਲ ਸਕਦਾ ਗੁਰੂ ਪਿਆਰਿਓ। ਜਿਹੜਾ ਵਾਹਿਗੁਰੂ ਇਮਤਿਹਾਨ ਪਾਉਂਦਾ ਹੈ ਉਹ ਇਹ ਵਾਹਿਗੁਰੂ ਗੁਰੂ ਪਿਆਰਿਓ ਪਾਸ ਹੋਣ ਦੀ ਸਮਰੱਥਾ ਦਿੰਦਾ ਹੈ। ਜੇ ਦੇਵੇ ਤਾਂ ਇਮਤਿਹਾਨ ਪਾਸ ਕਰ ਸਕਦਾ ਹੈ, ਜੇ ਨਾ ਦੇਵੇ ਤਾਂ ਇਮਤਿਹਾਨ ਪਾਸ ਨਹੀਂ ਹੁੰਦਾ ਗੁਰੂ ਪਿਆਰਿਓ। ਫਿਰ ਅਸੀਂ ਕੀ ਕਰ ਸਕਦੇ ਹਾਂ? ਅਸੀਂ ਅਰਦਾਸ ਕਰ ਸਕਦੇ ਹਾਂ ਭਗਤ ਜੀ ਵਾਂਗੂ। ਇਹੀ ਤਾਂ ਸਿਖਾ ਰਹੇ ਨੇ ਇਹ ਮਹਾਂਪੁਰਖ, ਇਹੋ ਤਾਂ ਸਿਖਾ ਰਹੇ ਨੇ ਕਿ ਅਕਾਲ ਪੁਰਖ ਨੂੰ ਕਹੋ ਕਿ ਵਾਹਿਗੁਰੂ ਹੁਣ ਹੋਰ ਇਮਤਿਹਾਨ ਨਾ ਪਾ, ਅਬ ਪਤਿਆਰ ਕਿਆ ਕੀਜੈ, ਹੁਣ ਹੋਰ ਪ੍ਰਤਿਆਵਾ ਕਿਉਂ ਕਰਦੇ ਹੋ ਅਕਾਲ ਪੁਰਖ ਜੀ? ਹੋਰ ਪ੍ਰੀਖਿਆ ਕਿਉਂ ਲੈਂਦੇ ਹੋ ਵਾਹਿਗੁਰੂ ਜੀ? ਮੇਰੇ ਵਰਗਾ ਆਜਜ ਕੋਈ ਨਹੀਂ, ਨਿਮਾਣਾ ਕੋਈ ਨਹੀਂ ਹੈ, ਵਿਚਾਰਾ ਕੋਈ ਨਹੀਂ ਹੈ, ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ। ਹੁਣ ਹੋਰ ਇਮਤਿਹਾਨ ਜਿਹੜੇ ਹੈ ਉਹ ਨਾ ਲਓ। ਇਹ ਜਦੋਂ ਕਹਾਂਗੇ ਨਾ, ਅਰਦਾਸ ਕਰਾਂਗੇ, ਤੇ ਫੇਰ ਗੁਰੂ ਪਿਆਰਿਓ ਇਮਤਿਹਾਨ ਚੋਂ ਪਾਸ ਵੀ ਹੁੰਦਾ ਹੈ। ਤੇ ਜਦੋਂ ਇਮਤਿਹਾਨ ਚੋਂ ਪਾਸ ਹੁੰਦਾ ਤੇ ਫਿਰ ਗੁਰੂ ਪਿਆਰਿਓ ਵਾਹਿਗੁਰੂ ਦੇ ਕੋਈ ਨੇੜੇ ਵੀ ਚਲਾ ਜਾਂਦਾ ਹੈ। ਅੱਜ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਮਹਾਨ ਬ੍ਰਹਮ ਗਿਆਨੀ ਪੁਰਖ ਬਾਬਾ ਰਵਿਦਾਸ ਜੀ ਜਿਹੜੇ ਨੇ ਸਾਨੂੰ ਇਹੋ ਹੀ ਗੁਰੂ ਪਿਆਰਿਓ ਜਿਹੜਾ ਹੈ ਉਹ ਸਮਝਾ ਰਹੇ ਨੇ ਕਿ ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹੁਣ ਹੋਰ ਪ੍ਰਤਿਆਰ ਕਿਉਂ ਕਰਦੇ ਹੋ ਅਕਾਲ ਪੁਰਖ ਜੀ? ਹੋਰ ਪ੍ਰੀਖਿਆ ਕਿਉਂ ਲੈਂਦੇ ਹੋ ਵਾਹਿਗੁਰੂ ਜੀ? ਮੇਰੇ ਵਰਗਾ ਦੀਨ ਕੋਈ ਨਹੀਂ ਹੈ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ। ਇਹ ਅਕਾਲ ਪੁਰਖ ਨੂੰ ਕਹਿ ਰਹੇ ਨੇ, ਸਿਖਾ ਸਾਨੂੰ ਰਹੇ ਨੇ ਕਿ ਤੁਸੀਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਪ੍ਰੇਮ ਦੇ ਵਿੱਚ ਭਿੱਜ ਕੇ ਕਰਨੀਆਂ ਜੇ ਵਾਹਿਗੁਰੂ ਦੇ ਨੇੜੇ ਜਾਣਾ ਹੈ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਕਹਿੰਦੇ ਬਚਨੀ ਤੋਰ, ਤੋਰ ਤੋਰ ਸ਼ਬਦ ਗੁਰੂ ਪਿਆਰਿਓ, ਤੋਰ ਦਾ ਮਤਲਬ ਇੱਕ ਤਾਂ ਚਾਲ ਹੁੰਦਾ ਨਾ, ਪਰ ਇੱਥੇ ਤੋਰ ਦਾ ਮਤਲਬ ਹੈ ਤੇਰੇ, ਤੋਰ ਤੁਹਾਡੇ।
ਕਹਿੰਦੇ ਹੇ ਵਾਹਿਗੁਰੂ ਜੀ, ਬਚਨੀ ਤੋਰ ਮੋਰ ਮਨ ਮਾਨੈ। ਮੋਰ ਦਾ ਅਰਥ ਹੈ ਮੇਰੇ। ਤੁਹਾਡੇ ਬਚਨਾਂ ਦੇ ਨਾਲ ਮੇਰਾ ਮਨ ਮੰਨ ਜਾਏ, ਮੇਰਾ ਮਨ ਪਤੀਜ ਜਾਏ, ਤੁਹਾਡੇ ਬਚਨਾਂ ਦੇ ਉੱਤੇ ਮੇਰਾ ਭਰੋਸਾ ਹੋ ਜਾਏ। ਇਹ ਕਹਿੰਦੇ ਕਹਿ ਰਹੇ ਨੇ ਮਹਾਂਪੁਰਖ ਗੁਰੂ ਪਿਆਰੇ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੇ ਆਪਣੇ ਇਸ ਭਗਤ ਨੂੰ, ਇਸ ਸੇਵਕ ਨੂੰ ਪੂਰਨ ਕਰ ਦਿਓ, ਪੂਰਨ ਕਰ ਦਿਓ। ਇਹਦਾ ਮਤਲਬ ਗੁਰੂ ਪਿਆਰਿਓ ਭਗਤ ਜੀ ਅਧੂਰੇ ਹੈ? ਬਿਲਕੁਲ ਨਹੀਂ ਗੁਰੂ ਪਿਆਰਿਓ, ਉਹ ਅਧੂਰੇ ਨਹੀਂ ਹੈ। ਕਿਉਂਕਿ ਜਿਹੜਾ ਅਧੂਰਾ ਹੈ ਨਾ ਗੁਰੂ ਪਿਆਰਿਓ, ਉਹ ਇਹੋ ਜਿਹੇ ਲਫ਼ਜ਼ ਨਹੀਂ ਕਹਿ ਸਕਦਾ। ਉਹ ਤਾਂ ਆਪਣੇ ਆਪ ਨੂੰ ਪੂਰਾ ਹੀ ਸਮਝਦਾ ਹੁੰਦਾ ਹੈ। ਭਗਤ ਜੀ ਅਧੂਰੇ ਨਹੀਂ ਹੈ ਗੁਰੂ ਪਿਆਰਿਓ, ਉਹ ਪੂਰੇ ਨੇ। ਉਹ ਸਾਨੂੰ ਸਿਖਾ ਰਹੇ ਨੇ, ਸਾਨੂੰ ਸਮਝਾ ਰਹੇ ਨੇ ਕਿ ਜੇ ਤੁਸੀਂ ਪੂਰਨ ਹੋਣਾ ਤੇ ਤੁਹਾਨੂੰ ਅਕਾਲ ਪੁਰਖ ਨੂੰ, ਪਰਮੇਸ਼ਵਰ ਨੂੰ ਇਹ ਕਹਿਣਾ ਪਏਗਾ, ਇਹ ਕਹਿਣਾ ਪਏਗਾ। ਗੁਰੂ ਪਿਆਰਿਓ ਕਹਿੰਦੇ ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਹੇ ਵਾਹਿਗੁਰੂ ਸਾਨੂੰ ਪੂਰਨਤਾ ਬਖਸ਼ ਦਿਓ, ਹੇ ਸਤਿਗੁਰੂ ਸਾਨੂੰ ਪੂਰਨਤਾ ਬਖਸ਼ ਦਿਓ। ਤੁਹਾਡੇ ਜਿਹੜੇ ਲਫ਼ਜ਼ ਹੈ ਨਾ, ਤੁਹਾਡੇ ਜਿਹੜੇ ਬਚਨ ਹੈ, ਇਹਨਾਂ ਤੇ ਸਾਡਾ ਮਨ ਜਿਹੜਾ ਹੈ ਉਹ ਮੰਨ ਜਾਏ, ਮਨ ਜਿਹੜਾ ਇਹਨਾਂ ਤੇ ਪਤੀਜ ਜਾਏ, ਮਨ ਇਹਨਾਂ ਤੇ ਭਰੋਸਾ ਕਰਨ ਲੱਗ ਜਾਏ। ਐਸੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਕਰ ਦਿਓ। ਅੱਗੇ ਉਹੀ ਰਹਾਉ ਦੀ ਪੰਕਤੀ ਹੈ ਜਿਹਦੇ ਚ ਜ਼ਿਕਰ ਕਰਦੇ ਨੇ, ਹਉ ਬਲ ਬਲ ਜਾਓ ਰਮਈਆ ਕਾਰਨੇ। ਹਉ ਬਲ ਬਲ ਜਾਓ ਰਮਈਆ ਕਾਰਨੇ। ਅਸੀਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ ਸੋਹਣੇ ਵਾਹਿਗੁਰੂ ਤੋਂ, ਸੁੰਦਰ ਅਕਾਲ ਪੁਰਖ ਤੋਂ, ਸੁੰਦਰ ਅਕਾਲ ਪੁਰਖ ਤੋਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਹੁਣ ਸੁੰਦਰ ਹੈ ਗੁਰੂ ਪਿਆਰਿਓ? ਬਿਲਕੁਲ ਉਹਦੇ ਵਰਗਾ ਖੂਬਸੂਰਤ ਕੋਈ ਨਹੀਂ ਗੁਰੂ ਪਿਆਰਿਓ, ਉਹਦੇ ਵਰਗਾ ਖੂਬਸੂਰਤ ਕੋਈ ਨਹੀਂ। ਜਿਸ ਨੇ ਐਡੀ ਖੂਬਸੂਰਤ ਜਿਹੜੀ ਹੈ ਕੁਦਰਤ ਬਣਾਈ ਹੈ, ਐਡਾ ਖੂਬਸੂਰਤ ਸੰਸਾਰ ਬਣਾਇਆ ਹੈ, ਉਹ ਵਾਹਿਗੁਰੂ ਖੂਬਸੂਰਤ ਹੈ। ਕਿਤੇ ਜਾਈਦਾ ਨਾ ਗੁਰੂ ਪਿਆਰਿਓ, ਪਹਾੜੀ ਦ੍ਰਿਸ਼ ਦੇਖੀਦਾ, ਸਿਨਰੀ ਦੇਖੀਦੀ ਹੈ, ਆਪਾਂ ਕਹਿੰਦੇ ਵਾਹ ਕਿਆ ਖੂਬਸੂਰਤ ਨਜ਼ਾਰਾ ਹੈ। ਅੰਦਾਜ਼ਾ ਲਾਓ ਗੁਰੂ ਪਿਆਰਿਓ, ਜੇ ਉਹ ਨਜ਼ਾਰਾ ਖੂਬਸੂਰਤ ਹੈ ਤੇ ਜਿਸ ਨੇ ਉਸ ਨਜ਼ਾਰੇ ਨੂੰ ਪੈਦਾ ਕੀਤਾ ਹੈ, ਉਹ ਕਿੱਡਾ ਵੱਡਾ ਖੂਬਸੂਰਤ ਹੋਊਗਾ, ਉਹ ਕਿੱਡਾ ਵੱਡਾ ਖੂਬਸੂਰਤ ਹੋਊਗਾ। ਪਰ ਨਜ਼ਾਰੇ ਨੂੰ ਦੇਖ ਕੇ ਗੁਰੂ ਪਿਆਰਿਓ, ਨਜ਼ਾਰਾ ਪੈਦਾ ਕਰਨ ਵਾਲੇ ਨੂੰ ਖੂਬਸੂਰਤ ਕਹਿਣ ਵਾਲੇ ਇਹ ਭਗਤ ਰਵਿਦਾਸ ਜੀ ਵਰਗੇ, ਗੁਰੂ ਨਾਨਕ ਸਾਹਿਬ ਮਹਾਰਾਜ ਵਰਗੇ ਮਹਾਂਪੁਰਖ ਹੈ ਗੁਰੂ ਪਿਆਰਿਓ। ਆਮ ਸੰਸਾਰੀ ਲੋਕ ਸਾਡੇ ਵਰਗੇ ਇਹ ਨਜ਼ਾਰਿਆਂ ਨੂੰ ਖੂਬਸੂਰਤ ਕਹਿੰਦੇ ਨੇ, ਪਰ ਨਜ਼ਾਰੇ ਪੈਦਾ ਕਰਨ ਵਾਲਿਆਂ ਨੂੰ ਖੂਬਸੂਰਤ ਕਹਿਣ ਵਾਲੇ ਮਹਾਂਪੁਰਖ ਹੁੰਦੇ ਨੇ ਗੁਰੂ ਪਿਆਰਿਓ। ਇੱਕ ਗੱਲ ਚੇਤੇ ਰੱਖਣੀ, ਵੱਡੇ ਪੁਰਖ ਹੁੰਦੇ ਨੇ ਜਿਹੜੇ ਨਜ਼ਾਰਿਆਂ ਨੂੰ ਪੈਦਾ ਕਰਨ ਵਾਲੇ ਨੂੰ ਖੂਬਸੂਰਤ ਆਖਦੇ ਨੇ। ਭਗਤ ਜੀ ਕਹਿੰਦੇ ਨੇ, ਕਹਿੰਦੇ ਵਾਹਿਗੁਰੂ ਤੂੰ ਖੂਬਸੂਰਤ ਹੈ, ਅਸੀਂ ਇਹ ਤੇਰੇ ਤੋਂ ਬਲਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਬਾਰੇ ਬਾਰੇ ਜਾਂਦੇ ਹਾਂ। ਕਾਰਨ ਕਵਨ ਅਬੋਲ। ਪਰ ਸਾਨੂੰ ਦੱਸ ਦੇ ਕਾਰਨ ਕੀ ਹੈ, ਤੂੰ ਸਾਡੇ ਨਾਲ ਬੋਲਦਾ ਕਿਉਂ ਨਹੀਂ ਹੈ, ਤੂੰ ਸਾਡੇ ਨਾਲ ਬੋਲਦਾ ਕਿਉਂ ਨਹੀਂ ਹੈ, ਗੱਲ ਕਰ ਸਾਡੇ ਨਾਲ, ਅਸੀਂ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਫਿਰ ਗੱਲ ਕੀਤੀ ਗੁਰੂ ਪਿਆਰੇ ਵਾਹਿਗੁਰੂ ਨੇ ਭਗਤ ਰਵਿਦਾਸ ਜੀ ਨਾਲ। ਮਨ 'ਚ ਸਵਾਲ ਪੈਦਾ ਹੁੰਦਾ ਹੋਊਗਾ ਵੀ ਜਦੋਂ ਭਗਤ ਜੀ ਨੇ ਕਿਹਾ ਵੀ ਵਾਹਿਗੁਰੂ ਤੂੰ ਸਾਡੇ ਨਾਲ ਬੋਲਦਾ ਨਹੀਂ ਹੈ, ਤੇ ਵਾਹਿਗੁਰੂ ਬੋਲਿਆ ਹੋਣਾ ਹੈ ਗੁਰੂ ਪਿਆਰਿਓ? ਜੇ ਬੋਲਿਆ ਨਾ ਹੁੰਦਾ ਤੇ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਨਹੀਂ ਹੋਣੀ ਸੀ। ਭਗਤ ਰਵਿਦਾਸ ਜੀ ਦੇ ਦਿਨ ਨਹੀਂ ਸੀ ਮਨਾਏ ਜਾਣੇ, ਭਗਤ ਰਵਿਦਾਸ ਜੀ ਨੂੰ ਦੁਨੀਆ ਨੇ ਪੂਜਣਾ ਨਹੀਂ ਸੀ ਗੁਰੂ ਪਿਆਰਿਓ। ਜੇ ਵਾਹਿਗੁਰੂ ਬੋਲਿਆ ਤੇ ਅੱਜ ਭਗਤ ਰਵਿਦਾਸ ਜੀ ਦੀ ਜਹਾਨ ਦੇ ਅੰਦਰ ਮਹਿਮਾ ਹੈ, ਸੰਸਾਰ ਦੇ ਅੰਦਰ ਮਹਿਮਾ ਹੈ। ਇਸ ਕਰਕੇ ਇਹ ਸ਼ੰਕਾ ਨਹੀਂ ਕਰਨਾ ਕਿ ਬੋਲਿਆ ਕਿ ਪਤਾ ਨਹੀਂ ਬੋਲਿਆ। ਭਗਤ ਜੀ ਨੇ ਕਿਹਾ ਵਾਹਿਗੁਰੂ ਬੋਲ, ਉਹ ਨਿਸ਼ਚੈ ਬੋਲਿਆ, ਯਕੀਨਨ ਬੋਲਿਆ ਗੁਰੂ ਪਿਆਰਿਓ, ਦਿਲ 'ਚੋਂ ਬੋਲਿਆ, ਹਿਰਦੇ 'ਚੋਂ ਬੋਲਿਆ। ਜੇ ਹਿਰਦੇ 'ਚੋਂ ਬੋਲਿਆ ਪਰਮੇਸ਼ਵਰ ਤੇ ਇਹ ਬੋਲ ਨਿਕਲਿਆ ਉਹਨਾਂ ਦੇ ਮੁਖ 'ਚੋਂ। ਜੇ ਹਿਰਦੇ 'ਚੋਂ ਬੋਲਿਆ ਅਕਾਲ ਪੁਰਖ ਤੇ ਇਹ ਬੋਲ ਨਿਕਲਿਆ ਉਹਨਾਂ ਦੇ ਗੁਰੂ ਪਿਆਰਿਓ ਮੁਖ 'ਚੋਂ। ਤੇ ਜੇ ਹਿਰਦੇ 'ਚੋਂ ਬੋਲਿਆ ਨਾ ਹੁੰਦਾ ਵਾਹਿਗੁਰੂ, ਤੇ ਇਹ ਬੋਲ ਕਿੱਥੋਂ ਨਿਕਲਨੇ ਸੀ, ਕਿੱਥੇ ਅਸੀਂ ਸੁਣਨੇ ਸੀ ਇਹ ਸ਼ਬਦ? ਅਸੀਂ ਸ਼ਬਦ ਸੁਣ ਰਹੇ ਹਾਂ, ਇਹ ਬੋਲਿਆ ਪਰਮੇਸ਼ਵਰ ਉਹਨਾਂ ਨਾਲ, ਗੱਲਾਂ ਕੀਤੀਆਂ ਨੇ ਪਰਮੇਸ਼ਵਰ ਨੇ ਉਹਨਾਂ ਨਾਲ। ਇਸ ਕਰਕੇ ਉਹਨਾਂ ਦੀ ਪੂਜਾ ਇਸ ਸੰਸਾਰ ਦੇ ਅੰਦਰ, ਮਾਨਤਾ ਹੈ ਉਹਨਾਂ ਦੀ ਸੰਸਾਰ ਦੇ ਅੰਦਰ। ਔਰ ਇਹ ਮਾਨਤਾ ਪੂਜਾ ਰਹਿਣੀ ਹੈ ਗੁਰੂ ਪਿਆਰਿਓ, ਜਦੋਂ ਤੱਕ ਧਰਤੀ ਰਹਿਣੀ ਹੈ, ਸੂਰਜ ਚੰਦ ਤਾਰੇ ਰਹਿਣੇ। ਇਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ 'ਚ ਮਹਾਨ ਗੁਰੂ ਪਿਆਰਿਓ ਬ੍ਰਹਮ ਗਿਆਨੀ ਪੁਰਖ ਸਾਨੂੰ ਸਮਝਾ ਰਹੇ ਨੇ। ਰਹਾਉ ਬਹੁਤ ਜਨਮ ਬਿਸ਼ਰੇ ਥੇ ਮਾਦੋ, ਇਹੋ ਜਨਮ ਤੁਮਾਰੇ ਲੇਖੇ। ਬਹੁਤ ਜਨਮ ਬਿਛਰੇ ਥੇ ਮਾਧੋ,
ਮਾਧਵ, ਮਾਧਵ ਕਿਹਨੂੰ ਕਿਹਾ ਗੁਰੂ ਪਿਆਰਿਓ? ਮਾਧਵ ਅਕਾਲ ਪੁਰਖ ਨੂੰ ਕਿਹਾ। ਮਾਧਵ ਦਾ ਅਰਥ ਕੀ ਹੁੰਦਾ ਹੈ? ਧਵ ਦਾ ਅਰਥ ਹੁੰਦਾ ਗੁਰੂ ਪਿਆਰਿਓ ਸਹਾਰਾ, ਤੇ ਮਾ ਦਾ ਅਰਥ ਹੈ ਮਾਇਆ। ਉਹ ਵਾਹਿਗੁਰੂ ਜਿਹੜਾ ਮਾਇਆ ਨੂੰ ਸਹਾਰਾ ਦਿੰਦਾ ਹੈ, ਜਿਹੜਾ ਸ਼ਕਤੀ ਨੂੰ ਸਹਾਰਾ ਦਿੰਦਾ ਹੈ। ਸੰਸਾਰ ਜਿਹੜਾ ਹੈ ਇਹ ਮਾਇਆ ਦਾ ਬਣਿਆ, ਸੰਸਾਰ ਖੁਦ ਮਾਇਆ ਹੈ, ਔਰ ਇਸ ਸੰਸਾਰ ਨੂੰ ਆਸਰਾ ਦੇਣ ਵਾਲਾ ਜਿਹੜਾ ਹੈ ਉਹ ਅਕਾਲ ਪੁਰਖ ਹੈ। ਇਸ ਕਰਕੇ ਵਾਹਿਗੁਰੂ ਮਾਧਵ ਵੀ ਹੈ, ਮਾਧਵ। ਤੇ ਵਾਹਿਗੁਰੂ ਨੂੰ ਕਹਿੰਦੇ ਮਾਧਵ, ਹੇ ਮਾਧਵ, ਬਹੁਤ ਜਨਮ ਵਿਛਰੇ ਥੇ ਮਾਧਵ। ਅਸੀਂ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿਛੜੇ ਹੋ, ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿਛੜੇ ਹੋਏ ਇਸ ਮਨੁੱਖਾ ਜਨਮ ਚ ਆਏ ਆ ਗੁਰੂ ਪਿਆਰਿਓ। ਬਾਣੀ ਵੀ ਸਾਨੂੰ ਕਹਿੰਦੀ ਹੈ ਨਾ, ਚਿਰੰਕਾਲ ਇਹ ਦੇਹ ਸੰਜਰੀਆ। ਚਿਰੰਕਾਲ ਬਾਅਦ ਇਹ ਮਨੁੱਖਾ ਦੇਹੀ ਮਿਲੀ ਹੈ ਗੁਰੂ ਪਿਆਰਿਓ ਸਾਨੂੰ। ਭਗਤ ਕਬੀਰ ਜੀ ਕਹਿੰਦੇ ਨੇ, ਕਹਿੰਦੇ ਐਸੇ ਘਰ ਹਮ ਬਹੁਤ ਬਸਾਏ। ਇਹ ਜਿਹੜੇ ਘਰ 'ਚ ਅਸੀਂ ਬੈਠੇ ਆ ਨਾ, ਸਰੀਰ ਰੂਪੀ ਘਰ 'ਚ ਪਤਾ ਨਹੀਂ ਕਿੰਨੇ ਕੁ ਬਸਾ ਚੁੱਕੇ ਆ ਪਹਿਲਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛੀਏ, ਉਹ ਕਹਿੰਦੇ ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਸ ਕਰਕੇ ਇੱਥੇ ਭਗਤ ਜੀ ਕਹਿੰਦੇ ਨੇ, ਕਹਿੰਦੇ ਬਹੁਤ ਜਨਮ ਵਿਛਰੇ ਥੇ ਮਾਧਵ। ਹੇ ਮਾਇਆ ਦੇ ਆਸਰੇ ਵਾਹਿਗੁਰੂ, ਬਹੁਤ ਜਨਮਾਂ ਦੇ ਵਿਛੜੇ ਹੋਏ ਅਸੀਂ ਇਸ ਮਨੁੱਖਾ ਜੋਨ ਦੇ ਵਿੱਚ ਆਏ। ਕਿਉਂ ਵਿਛੜੇ ਰਹੇ? ਇਸ ਕਰਕੇ ਵਿਛੜੇ ਰਹੇ ਕਿਉਂਕਿ ਅਸੀਂ ਕੋਈ ਜਨਮ ਤੁਹਾਨੂੰ ਸਮਰਪਿਤ ਨਹੀਂ ਕੀਤਾ। ਅਸੀਂ ਜੀਵਨ ਜਿਉਇਆ ਪਰ ਤੁਹਾਨੂੰ ਸਮਰਪਿਤ ਨਹੀਂ ਕੀਤਾ। ਆਪਣੇ ਲਈ ਜਿਉਇਆ, ਆਪਣੇ ਪਰਿਵਾਰ ਲਈ ਜਿਉਇਆ, ਤੁਹਾਡੇ ਲਈ ਨਹੀਂ ਜਿਉਇਆ। ਇਸ ਕਰਕੇ ਵਿਛੜਦੇ ਵਿਛੜਦੇ ਇਸ ਮਨੁੱਖਾ ਜਨਮ 'ਚ ਆਏ ਹਾਂ। ਪਰ ਇਹ ਮਨੁੱਖਾ ਜਨਮ ਦੇ ਵਿੱਚ ਆ ਕੇ ਅਸੀਂ ਇਹ ਜਿਹੜਾ ਮਨੁੱਖਾ ਜਨਮ ਹੈ ਇਹ ਤੁਹਾਡੇ ਲੇਖੇ ਲਾਉਣਾ। ਇਹੋ ਜਨਮ ਤੁਮਾਰੇ ਲੇਖੇ। ਇਹ ਜਿਹੜਾ ਮਨੁੱਖਾ ਜਨਮ ਹੈ ਨਾ, ਇਹ ਹੁਣ ਤੁਹਾਡੇ ਲੇਖੇ ਹੈ, ਤੁਹਾਡੇ ਲੇਖੇ। ਤਾਂ ਬਾਣੀ ਇਹ ਨਹੀਂ ਸਾਨੂੰ ਸਮਝਾਉਂਦੀ ਗੁਰੂ ਪਿਆਰਿਓ ਕਿ ਇਹ ਮਨੁੱਖਾ ਜਨਮ ਹੈ, ਇਹ ਤੁਸੀਂ ਆਪਣੇ ਪੁੱਤਾਂ ਧੀਆਂ ਦੇ ਲੇਖੇ ਨਾ ਲਾਓ ਜਾਂ ਆਪਣੇ ਲੇਖੇ ਨਾ ਲਾਓ, ਲੇਕਿਨ ਅਕਾਲ ਪੁਰਖ ਦੇ ਲੇਖੇ ਵੀ ਜ਼ਰੂਰ ਲਾਓ, ਵਾਹਿਗੁਰੂ ਦੇ ਲੇਖੇ ਵੀ ਜ਼ਰੂਰ ਲਾਓ। ਜਿਉਂ ਗੁਰੂ ਪਿਆਰਿਓ, ਗੁਰਬਾਣੀ ਕਦੇ ਨਹੀਂ ਕਹਿੰਦੀ ਕਿ ਤੁਸੀਂ ਪੁੱਤਰਾਂ ਧੀਆਂ ਲਈ ਨਾ ਜਿਉਂ, ਤੁਸੀਂ ਸੰਸਾਰ ਲਈ ਨਾ ਜਿਉਂ। ਜਿਉਂ ਪੁੱਤਰਾਂ ਧੀਆਂ ਲਈ, ਜਿਉਂ ਸੰਸਾਰ ਲਈ, ਜਿਉਂ ਘਰ-ਬਾਰ ਲਈ, ਪਰ ਵਾਹਿਗੁਰੂ ਲਈ ਵੀ ਜਿਉਂ। ਉਦੋਂ ਤੁਸੀਂ ਗਲਤ ਹੋ ਜਾਂਦੇ ਹੋ ਜਦੋਂ ਵਾਹਿਗੁਰੂ ਲਈ ਜਿਉਣਾ ਛੱਡ ਦਿੰਦੇ ਹੋ, ਬਿਲਕੁਲ ਜਿਉਣਾ ਛੱਡ ਦਿੰਦੇ ਹੋ। ਵਾਹਿਗੁਰੂ ਲਈ ਵੀ ਜਿਉਵੋ, ਕੁਝ ਵਕਤ ਵਾਹਿਗੁਰੂ ਲਈ ਵੀ ਗੁਰੂ ਪਿਆਰਿਓ ਜਿਹੜਾ ਹੈ ਉਹ ਦਿਓ। ਇਹ ਬਸ ਗੁਰਬਾਣੀ ਦਾ ਮਨੋਰਥ ਹੈ। ਇੱਥੇ ਧੰਨ ਗੁਰੂ ਪਿਆਰਿਓ ਭਗਤ ਰਵਿਦਾਸ ਜੀ ਜਿਹੜੇ ਨੇ ਉਹ ਕਹਿੰਦੇ ਵਾਹਿਗੁਰੂ ਬਹੁਤ ਜਨਮ ਵਿਛੜੇ ਸੀ, ਪਰ ਆਹ ਜਿਹੜਾ ਜਨਮ ਹੈ ਨਾ ਇਹ ਤੁਹਾਡੇ ਲੇਖੇ ਹੈ, ਤੁਹਾਡੇ ਲੇਖੇ। ਇਹੋ ਜਨਮ ਤੁਮਾਰੇ ਲੇਖੇ, ਤੁਹਾਨੂੰ ਸਮਰਪਿਤ ਹੈ ਇਹ ਜਨਮ, ਤੁਹਾਨੂੰ ਸਮਰਪਿਤ ਹੈ। ਇਸ ਕਰਕੇ ਗੁਰੂ ਪਿਆਰਿਓ ਜੀਵਨ ਦਾ ਕੁਝ ਹਿੱਸਾ, ਹੁਣ ਭਗਤ ਜੀ ਤਾਂ ਕਹਿੰਦੇ ਨੇ ਸਾਰਾ ਜਨਮ ਹੀ ਤੁਹਾਡੇ ਲੇਖੇ ਹੈ। ਚਲੋ ਜੇ ਅਸੀਂ ਸਾਰਾ ਜਨਮ ਗੁਰੂ ਪਿਆਰਿਓ ਗੁਰੂ ਲਈ ਜਾਂ ਪਰਮਾਤਮਾ ਲਈ ਲੇਖੇ ਨਹੀਂ ਲਾ ਸਕਦੇ, ਤੇ ਜੀਵਨ ਦਾ ਕੁਝ ਹਿੱਸਾ ਗੁਰੂ ਲਈ, ਵਾਹਿਗੁਰੂ ਲਈ ਲੇਖੇ ਜ਼ਰੂਰ ਲਾਉਣਾ ਚਾਹੀਦਾ ਗੁਰੂ ਪਿਆਰਿਓ। ਸਾਡਾ ਵੀ ਭਲਾ, ਸਾਡੀਆਂ ਨਸਲਾਂ ਦਾ ਵੀ ਭਲਾ, ਸਾਡੇ ਪੁੱਤਾਂ ਧੀਆਂ ਦਾ ਵੀ ਭਲਾ। ਜੇ ਅਸੀਂ ਸਾਰਾ ਜਨਮ ਗੁਰੂ ਪਿਆਰਿਓ ਫੇਰ ਲੇਖੇ ਲਾ ਦਿੱਤਾ, ਵਾਹਿਗੁਰੂ ਲਈ ਲੇਖੇ ਨਾ ਲਾਇਆ, ਗੁਰੂ ਲਈ ਲੇਖੇ ਨਾ ਲਾਇਆ, ਤੇ ਫਿਰ ਗੁਰੂ ਪਿਆਰਿਓ ਪਤਾ ਨਹੀਂ ਕਿੰਨੇ ਕੁ ਜਨਮ ਹੋਰ ਭਟਕਣਾ। ਇਸ ਕਰਕੇ ਥੋੜਾ ਸਮਾਂ, ਥੋੜਾ ਜੀਵਨ ਜਾਂ ਜੀਵਨ ਦਾ ਕੁਝ ਹਿੱਸਾ ਗੁਰੂ ਲਈ, ਪਰਮੇਸ਼ਵਰ ਲਈ ਲੇਖੇ ਜ਼ਰੂਰ ਲਾਉਣਾ ਹੈ ਗੁਰੂ ਪਿਆਰਿਓ। ਕਿਵੇਂ ਲਾਇਆ ਜਾ ਸਕਦਾ ਹੈ? ਸੇਵਾ ਕਰਕੇ, ਬਾਣੀ ਪੜ੍ਹ ਕੇ, ਬੰਦਗੀ ਕਰਕੇ, ਭਗਤੀ ਕਰਕੇ, ਪਰ ਉਪਕਾਰ ਕਰਕੇ, ਭਲਾ ਕਰਕੇ ਅਸੀਂ ਆਪਣਾ ਜੀਵਨ ਅਕਾਲ ਪੁਰਖ ਗੁਰੂ ਦੇ ਲੇਖੇ ਲਾ ਸਕਦੇ ਹਾਂ। ਭਗਤ ਜੀ ਕਹਿੰਦੇ ਇਹੋ ਜਨਮ ਤੁਮਾਰੇ ਲੇਖੇ, ਇਹ ਜਨਮ ਵਾਹਿਗੁਰੂ ਤੁਹਾਡੇ ਲੇਖੇ ਹੈ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਕਹਿ ਰਵਿਦਾਸ, ਧੰਨ ਬਾਬਾ ਰਵਿਦਾਸ ਜੀ ਕਹਿ ਰਹੇ ਨੇ, ਕੀ ਕਹਿ ਰਹੇ ਨੇ? ਆਸ ਲਗ ਜੀਵਾਓ, ਹੇ ਵਾਹਿਗੁਰੂ ਅਸੀਂ ਤੁਹਾਡੇ ਤੇ ਭਰੋਸਾ ਰੱਖ ਕੇ ਇਸ ਆਸ ਦੇ ਨਾਲ ਜੀਵਨ ਜਿਉ ਰਹੇ ਹਾਂ ਕਿ ਤੁਹਾਡੇ ਦੀਦਾਰ ਹੋਣਗੇ। ਕਿਉਂ? ਕਿਉਂਕਿ ਕਹਿੰਦੇ ਚਿਰ ਭਇਓ ਦਰਸ਼ਨ ਦੇਖੇ, ਕਿਉਂਕਿ ਵਕਤ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ। ਚਿਰ ਭਇਓ, ਚਿਰ, ਚਿਰ ਦਾ ਮਤਲਬ ਕੀ ਹੈ ਗੁਰੂ ਪਿਆਰਿਓ? ਚਿਰ ਦਾ ਮਤਲਬ ਹੈ ਸਮਾਂ, ਵਕਤ। ਆਪਾਂ ਕਹਿੰਦੇ ਥੋੜੇ ਚਿਰ ਚ ਆ ਜੀ, ਥੋੜੇ ਜਿਹੇ ਚਿਰ ਚ ਆ ਜੀ, ਥੋੜੇ ਜਿਹੇ ਚਿਰ। ਚਿਰ ਦਾ ਮਤਲਬ ਉੱਥੇ ਕੀ ਹੁੰਦਾ ਹੈ? ਚਿਰ ਦਾ ਮਤਲਬ ਹੁੰਦਾ ਸਮਾਂ। ਬਸ ਮੈਂ ਥੋੜੇ ਜਿਹੇ ਚਿਰ ਚ ਆਇਆ, ਤੇ ਚਿਰ ਸ਼ਬਦ ਦਾ ਅਰਥ ਹੈ ਸਮਾਂ।
ਕਹਿੰਦੇ ਵਾਹਿਗੁਰੂ ਲੰਬਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਨਹੀਂ ਹੋਏ। ਕਿੰਨਾ ਲੰਬਾ ਸਮਾਂ ਹੋ ਗਿਆ? ਇਹ ਨਹੀਂ ਕਿ ਇਸ ਜਨਮ 'ਚ ਤੁਹਾਡੇ ਦਰਸ਼ਨ ਨਹੀਂ ਹੋਏ, ਮਤਲਬ ਪਿਛਲੇ ਜਨਮ ਜਿਹੜੇ ਅਸੀਂ ਜਿਵੇਂ ਉਹ ਜੇ ਤੁਹਾਡੇ ਦਰਸ਼ਨ ਨਹੀਂ ਹੋਏ, ਹੁਣ ਇਸ ਜਨਮ 'ਚ ਆਏ ਆ, ਇਸ ਜਨਮ ਅਸੀਂ ਤੁਹਾਡੇ ਲੇਖੇ ਲਾਇਆ, ਹੁਣ ਸਾਨੂੰ ਤੁਸੀਂ ਦਰਸ਼ਨ ਜ਼ਰੂਰ ਦੇਣੇ ਆ। ਕਹਿ ਰਵਿਦਾਸ ਆਸ ਲੱਗ ਜੀਵਾਂ, ਅਸੀਂ ਇਸੇ ਆਸ ਨਾਲ ਜ਼ਿੰਦਗੀ ਜਿਉ ਰਹੇ ਹਾਂ, ਇਸੇ ਭਰੋਸੇ ਅਸੀਂ ਜ਼ਿੰਦਗੀ ਜਿਉ ਰਹੇ ਹਾਂ ਕਿ ਤੁਹਾਡੇ ਦਰਸ਼ਨ ਹੋਣਗੇ, ਤੁਸੀਂ ਸਾਡੇ ਨਾਲ ਗੱਲਾਂ ਕਰੋਗੇ, ਤੁਸੀਂ ਸਾਡੇ ਨਾਲ ਮਿਲੋਗੇ, ਅਸੀਂ ਤੁਹਾਡੇ ਨਾਲ ਮਿਲਾਂਗੇ। ਔਰ ਵਾਕਈ ਗੁਰੂ ਪਿਆਰਿਓ, ਜਦੋਂ ਭਗਤ ਜੀ ਮਿਲੇ ਤਾਂ ਫਿਰ ਉਹਨਾਂ ਨੇ ਕਹਿ ਦਿੱਤਾ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਵਾਹਿਗੁਰੂ ਹੁਣ ਤੇਰੇ ਤੇ ਸਾਡੇ 'ਚ ਭੇਦ ਕੋਈ ਨਹੀਂ ਰਹਿ ਗਿਆ, ਫਰਕ ਕੋਈ ਨਹੀਂ ਰਹਿ ਗਿਆ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ, ਨਾਮੇ ਨਾਰਾਇਣ ਨਾਹੀਂ ਭੇਦ, ਨਾਮਦੇਵ ਤੇ ਨਾਰਾਇਣ ਦੇ ਵਿੱਚ ਹੁਣ ਭੇਦ ਨਹੀਂ ਹੈ। ਤਾਂ ਇਹ ਅਵਸਥਾ ਗੁਰੂ ਪਿਆਰਿਓ ਫਿਰ ਬਣ ਜਾਂਦੀ ਹੈ ਜਦੋਂ ਕੋਈ ਅਕਾਲ ਪੁਰਖ ਨਾਲ ਇੰਨੀ ਪ੍ਰੀਤ ਕਰਦਾ ਹੈ, ਇੰਨਾ ਪਿਆਰ ਕਰਦਾ ਹੈ ਜਿੰਨਾ ਧੰਨ ਬਾਬਾ ਰਵਿਦਾਸ ਜੀ ਨੇ ਕੀਤਾ ਹੈ। ਇਹ ਸਾਨੂੰ ਸਮਝਾਇਆ, ਇਹਦੇ ਨਾਲ ਹੀ ਗੁਰੂ ਪਿਆਰਿਓ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ। ਸਮਾਪਤੀ ਕਰਦੇ ਹਾਂ। ਗੁਰਬਾਣੀ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ, ਸੰਗਤ ਸਤਿਗੁਰੂ ਜੀ ਬਖਸ਼ਣ ਜੋਗ ਹੈ, ਖਿਮਾ ਦੇ ਜਾਚਕ ਹਾਂ। ਆਓ ਸਾਰੇ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।